ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ 'ਤੇ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਾਰਚ ਦਾ ਆਖਰੀ ਦਿਨ ਆ, 31 ਤਰੀਕ ਆ, ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500। ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਨੀਵਰਸਿਟੀ, ਅਵਤਾਰ ਸਿੰਘ ਮੰਜਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਗੁਰਚਰਨ ਸਿੰਘ, ਸਤਨਾਮ ਸਿੰਘ ਧਾਲੀਵਾਲ, ਸੁੱਖਾ ਸਿੰਘ ਆਖਲ, ਜੱਸੀ ਗਿੱਲ ਪਲੰਬਿੰਗ ਵਾਲੇ, ਰਮਿੰਦਰ ਵਸਰਾ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408-272-5200 ਜਾਂ 408-722-7698 ਦੇ ਉੱਤੇ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲਾਂ ਜਿਹੜੀ ਕਰੋਨਾ ਵਾਇਰਸ ਆ, ਕਹਿੰਦੇ ਵੀ ਅੱਜ ਦੇ ਦਿਨ ਜਿਹੜਾ ਪਿਛਲੇ 24 ਘੰਟੇ USA 'ਚ ਸਭ ਤੋਂ ਵੱਧ ਡੈਡਲੀਐਸਟ ਲਿਖਿਆ, ਡੈਡਲੀਐਸਟ ਡੇ ਸੀ ਵੀ ਮਾੜਾ ਦਿਨ ਸੀਗਾ। ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 8,23,200 ਕੇਸ ਕਰੋਨਾ ਵਾਇਰਸ ਦੇ ਹੋ ਚੁੱਕੇ ਆ। 40,633 ਜਿਹੜੀਆਂ ਮੌਤਾਂ ਹੋ ਚੁੱਕੀਆਂ ਅਤੇ 1,74,333 ਲੋਕ ਜਿਹੜੇ ਆ ਰਿਕਵਰ ਹੋਏ ਆ। ਜੇ ਪੂਰੀ ਦੁਨੀਆ ਦੀ ਗੱਲ ਕਰਦੇ ਜਾਈਏ, ਅਮਰੀਕਾ 'ਚ ਸਭ ਤੋਂ ਵੱਧ ਜਿਹੜਾ ਇਹਦਾ ਅਸਰ ਹੁਣ ਕਰੋਨਾ ਵਾਇਰਸ ਦਾ 1,75,000 ਦੇ ਕਰੀਬ ਕੇਸ ਹੋ ਚੁੱਕੇ ਆ। ਨਵੇਂ ਕੇਸ ਪਿਛਲੇ 24 ਘੰਟਿਆਂ 'ਚ 11,000 ਦੇ ਕਰੀਬ ਆਏ ਆ। 3,402 ਮੌਤਾਂ ਹੋ ਚੁੱਕੀਆਂ ਅਤੇ ਪਿਛਲੇ 24 ਘੰਟਿਆਂ 'ਚ 261 ਮੌਤਾਂ ਹੋਈਆਂ ਆ ਜੀ। ਚਾਈਨਾ ਨੂੰ ਹਰਜੋਤ ਸਿੰਘ ਜੀ, ਅਮਰੀਕਾ ਨੇ ਮਰਨ ਵਾਲਿਆਂ ਦਾ ਆંકੜਾ ਜਿਹੜਾ ਉਹ ਪਾਰ ਕੀਤਾ ਆ, ਜਿਹੜਾ ਅਧਿਕਾਰਤ ਤੌਰ ਦੇ ਉੱਤੇ ਉਹਨਾਂ ਵੱਲੋਂ ਦੱਸਿਆ ਗਿਆ ਹੈਗਾ ਆ। ਪਰ ਬਹੁਤ ਸਾਰੇ ਮੁਲਕ ਦੇ ਸਾਰੇ ਜਾਣੇ ਉਹਨਾਂ ਤੋਂ ਖਫਾ ਆ, ਵੀ ਕਹਿੰਦੇ ਵੀ ਤੁਸੀਂ ਗਲਤ ਇਨਫੋਰਮੇਸ਼ਨ ਚਾਈਨਾ ਵਾਲਿਆਂ ਨੂੰ ਕਹਿ ਰਹੇ ਆ ਵੀ ਉਹ ਦੇ ਰਹੇ ਨੇ। ਅਤੇ ਹਾਲਾਤ ਜਿਹੜੇ ਕਾਫੀ ਮਾਰੇ ਰਹੇ। 261 ਲੋਕ ਜਿਹੜੇ ਉਹ ਮਾਰੇ ਗਏ ਨੇ ਹੁਣ ਤੱਕ ਜਿਹੜੀਆਂ ਆਈਆਂ। ਅਜੇ ਬਹੁਤ ਸਾਰੀਆਂ ਅੱਜ ਦੇ ਦਿਨ ਜਿਹੜੀਆਂ ਕੱਲ੍ਹ ਦੀਆਂ ਰਿਪੋਰਟਾਂ ਅਜੇ ਬਹੁਤ ਸਾਰੇ ਸੂਬਿਆਂ ਨੇ ਜਾਰੀ ਕਰਨੀਆਂ ਨੇ। ਸੋ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਪਤਾ ਲੱਗਣਾ ਆ ਵੀ ਕਿੰਨੇ ਹੋਰ ਕੇਸ ਜਿਹੜੇ ਉਹ ਵਧੇ ਆ। ਇਟਲੀ ਦੇ ਵਿੱਚ ਹੁਣੇ ਉਹਨਾਂ ਨੇ ਲੇਟੈਸਟ ਅਪਡੇਟ ਦਿੱਤੀ ਆ, 837 ਹੋਰ ਮੌਤਾਂ ਜਿਹੜੀਆਂ ਉੱਥੇ ਹੋ ਗਈਆਂ ਨੇ। ਕੁੱਲ ਮਰਨ ਵਾਲਿਆਂ ਦੀ ਸੰਖਿਆ ਉੱਥੇ ਵੱਧ ਕੇ 12,428 ਹੋਈ ਆ। ਇਟਲੀ ਦੇ ਵਿੱਚ 4,000 ਨਵੇਂ ਕੇਸ ਹੋਰ ਹੋਏ ਨੇ। 1,05,792 ਕੇਸ ਹੁਣ ਤੱਕ ਹੋ ਚੁੱਕੇ ਨੇ। ਉੱਦਾਂ ਨੰਬਰ ਆਫ ਕੇਸਿਸ ਜਿਹੜੇ ਹਰਜੋਤ ਸਿੰਘ ਜੀ ਨਵੇਂ ਕੇਸ ਆ ਇਟਲੀ ਦੇ ਵਿੱਚ, ਜਿਹੜੀ ਸੋਸ਼ਲ ਡਿਸਟੈਂਸਿੰਗ, ਕਰਫਿਊ ਬੰਦ ਦੇ ਕਰਕੇ ਜਿਹੜੇ ਨੰਬਰ ਆਫ ਕੇਸਿਸ ਵਧਣੇ ਜਿਹੜੇ ਉਹ ਥੋੜ੍ਹੇ ਘਟੇ ਨੇ। ਸਪੇਨ ਦੇ ਵਿੱਚ ਵੀ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਆ। 8,270 ਮੌਤਾਂ ਜਿਹੜੀਆਂ ਉੱਥੇ ਹੋ ਚੁੱਕੀਆਂ। ਨਵੀਆਂ 553 ਹੋਰ ਮੌਤਾਂ ਪਿਛਲੇ 24 ਘੰਟਿਆਂ 'ਚ ਹੋਈਆਂ ਆ। 6400 ਨਵੇਂ ਕੇਸ ਆਏ ਨੇ ਅਤੇ 94,000 ਨੂੰ ਆંકੜਾ ਜਿਹੜਾ ਉਹਨਾਂ ਦਾ ਪਹੁੰਚ ਗਿਆ ਆ। ਜਰਮਨੀ ਦੇ ਵਿੱਚ ਤਕਰੀਬਨ 1,300 ਨਵੇਂ ਹੋਰ ਕੇਸ ਆਏ ਨੇ। 68,000 ਹੁਣ ਤੱਕ ਉੱਥੇ ਕੇਸ ਹੋ ਚੁੱਕੇ ਨੇ। 682 ਜਿਹੜੀਆਂ ਕੁੱਲ ਮੌਤਾਂ ਹੋਈਆਂ ਨੇ। 37 ਹੋਰ ਮੌਤਾਂ ਹੋਈਆਂ ਨੇ। ਈਰਾਨ ਦੇ ਵਿੱਚ ਵੀ ਰੋਜ਼ਾਨਾ 100 ਤੋਂ ਵੱਧ ਲੋਕਾਂ ਦੀ ਮੌਤ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਹੈ। 141 ਹੋਰ ਮੌਤਾਂ ਉੱਥੇ ਰਿਪੋਰਟ ਹੋਈਆਂ ਨੇ। 2,898 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। 44,000 ਕੁੱਲ ਕੇਸ ਨੇ। ਫਰਾਂਸ ਨੇ ਜਿਹੜੇ ਅਜੇ ਤੱਕ ਅਪਡੇਟ ਨਹੀਂ ਕੀਤਾ ਅਤੇ ਉੱਥੇ ਉੱਦਾਂ ਕੁੱਲ 44,000 ਕੇਸ ਨੇ ਅਤੇ 3,000 ਤੋਂ ਵੱਧ ਮੌਤਾਂ ਨੇ। UK ਦੇ ਵਿੱਚ 3,000 ਨਵੇਂ ਕੇਸ ਆਏ ਨੇ। 25,000 ਕੁੱਲ ਕੇਸ ਹੋ ਚੁੱਕੇ ਨੇ। 381 ਹੋਰ ਮੌਤਾਂ ਹੋਣ ਤੋਂ ਬਾਅਦ 'ਚ ਉੱਥੇ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 1,799 ਜਿਹੜੀ ਉਹ ਹੋਈ ਆ। ਅਤੇ ਇਸੇ ਤਰੀਕੇ ਦੇ ਨਾਲ ਯੂਰਪ ਦੇ ਜਿਹੜੇ ਹੋਰ ਮੁਲਕਾਂ ਦੇ ਵਿੱਚ ਬੈਲਜੀਅਮ 'ਚ 192 ਹੋਰ ਜਿਹੜੇ ਮੌਤਾਂ ਹੋਈਆਂ ਨੇ। 705 ਹੁਣ ਤੱਕ ਉੱਥੇ ਮਰ ਚੁੱਕੇ ਨੇ। ਨੀਦਰਲੈਂਡ ਦੇ ਵਿੱਚ 175 ਹੋਰ ਮੌਤਾਂ ਹੋਣ ਤੋਂ ਬਾਅਦ 'ਚ ਉੱਥੇ ਜਿਹੜੇ ਮਰਨ ਵਾਲਿਆਂ ਦਾ ਆંકੜਾ 1,000 ਨੂੰ ਜਿਹੜਾ ਉਹ ਪਾਰ ਕਰ ਗਿਆ ਹੈਗਾ ਆ। ਸੋ ਯੂਰਪ ਅਤੇ ਅਮਰੀਕਾ ਦੇ ਵਿੱਚ ਇਸ ਟਾਈਮ ਕਾਫੀ ਜਿਹੜੇ ਬੁਰੇ ਹਾਲਾਤ ਆ ਉਹ ਬਣੇ ਹੋਏ ਨੇ, ਜਿੱਥੇ ਮਰਨ ਵਾਲਿਆਂ ਦੀ ਸੰਖਿਆ ਦੇ ਨਾਲ ਜਿਹੜੇ ਨੰਬਰ ਆਫ ਕਨਫਰਮਡ ਕੇਸਿਸ ਆ ਉਹ ਧੜਾ-ਧੜ ਵੱਧ ਰਹੇ ਨੇ। ਜੇ ਪੂਰੇ ਦੁਨੀਆ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਸ਼੍ਰੀਲੰਕਾ ਦੇ ਵਿੱਚ ਵੀ ਜਿਹੜੇ 20 ਨਵੇਂ ਕੇਸ ਜਿਹੜੇ ਹੋਏ ਹੈਗੇ ਆ। ਇਟਲੀ 'ਚ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 4,053 ਨਵੇਂ ਕੇਸ ਪਿਛਲੇ 24 ਘੰਟਿਆਂ 'ਚ ਅਤੇ 837 ਲੋਕਾਂ ਦੀ ਜਿਹੜੀ ਡੈਥ ਹੋਈ ਹੈਗੀ ਆ। ਇਸੇ ਤਰ੍ਹਾਂ ਆਸਟਰੀਆ 'ਚ ਵੀ ਗਿਣਤੀ ਵੱਧ ਰਹੀ ਹੈ। ਉੱਥੇ 470 ਨਵੇਂ ਕੇਸ ਅਤੇ 20 ਜਾਣਿਆਂ ਦੀ ਜਿਹੜੀ ਮੌਤ ਹੋ ਗਈ ਹੈਗੀ ਆ। ਇੱਦਾਂ ਹੀ ਅਰਜਨਟੀਨਾ, ਗਰੀਸ, ਬ੍ਰਾਜ਼ੀਲ,
ਸੋ ਹੁਣ ਕੋਈ ਮੁਲਕ ਰਹਿ ਨਹੀਂ ਗਿਆ, ਈਵਨ ਡੈਨਮਾਰਕ 'ਚ ਵੀ ਪਿਛਲੇ 24 ਘੰਟਿਆਂ 'ਚ 283 ਨਵੇਂ ਕੇਸ ਆਏ ਆ ਅਤੇ 13 ਜਾਣਿਆਂ ਦੀ ਜਿਹੜੀ ਆ ਉੱਥੇ ਮੌਤ ਹੋਈ ਹੈਗੀ ਆ। ਸੋ ਨਾਰਵੇ ਦੇ ਵਿੱਚ, ਕਿਊਬਾ ਦੇ ਵਿੱਚ, ਹਰ ਪਾਸੇ ਜਿਹੜੀ ਆ ਇਹ ਬਹੁਤ ਜ਼ਿਆਦਾ ਜਿਹੜੀ ਗਿਣਤੀ ਵੱਧ ਰਹੀ ਹੈਗੀ ਆ ਜੀ। ਅਤੇ ਹੁਣ ਜਿਹੜੇ ਆਪਾਂ ਹਰਜੋਤ ਸਿੰਘ ਜੀ ਬਾਕੀ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਸਟਾਕ ਮਾਰਕੀਟ ਪਹਿਲੋਂ ਹੌਲੀ ਹੌਲੀ ਤਾਂ ਨੂੰ ਜਾ ਰਹੀ ਸੀ, ਪਰ ਜਦੋਂ ਹੁਣ ਆਪਾਂ ਇਸ ਮੌਕੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ 30 ਪੁਆਇੰਟ ਜਿਹੜੀ ਉਹ ਥੱਲੇ ਚੱਲ ਰਹੀ ਆ। ਅੱਜ ਕੁਆਟਰ ਦਾ ਅਖੀਰਲਾ ਦਿਨ ਵੀ ਆ, ਸੋ ਟਰਾਈ ਬਹੁਤ ਸਾਰੇ ਜਿਹੜੇ ਸਟਾਕ ਵਾਲੇ ਹੁੰਦੇ ਆ ਉਹਨਾਂ ਨੂੰ ਹੁੰਦਾ ਵੀ ਚਲੋ ਪੋਜ਼ੀਟਿਵ ਨੋਟ ਦੇ ਉੱਤੇ ਕੁਆਟਰ ਜਿਹੜਾ ਉਹ ਖ਼ਤਮ ਹੋਵੇ, ਪਰ ਹੁਣ ਜਿਹੜਾ 100 ਪੁਆਇੰਟ ਜਿਹੜਾ ਆਪਣੇ ਗੱਲ ਕਰਦੇ ਕਰਦੇ ਜਿਹੜਾ ਹਰਜੋਤ ਸਿੰਘ ਜੀ 60-70 ਪੁਆਇੰਟ ਹੋਰ ਜਿਹੜੀ ਥੱਲੇ ਜਿਹੜੀ ਉਹ ਜਾ ਪਈ ਆ ਅਤੇ ਇਸ ਟਾਈਮ 100 ਪੁਆਇੰਟ ਜਿਹੜੀ ਉਹ ਥੱਲੇ ਕੱਲ੍ਹ ਦੇ ਮੁਕਾਬਲੇ ਜਿਹੜੀ ਉਹ ਗਈ ਹੋਈ ਆ। ਸੋ ਦੇਖਦੇ ਹਾਂ ਇਸ ਦੇ ਨਾਲ ਕੀ ਹੋਊਗਾ। ਉੱਧਰ ਜਿਹੜੀ ਹੁਣ ਤੋਂ ਘੰਟਾ ਕੁ ਪਹਿਲਾਂ ਹੀ ਇੱਕ ਹੋਰ ਖਬਰ ਇਕੋਨਮੀ ਦੇ ਨਾਲ ਹੀ ਸੰਬੰਧਿਤ ਆ। ਮੇਸੀ ਅਤੇ ਕੋਲ ਨੇ ਉਹਨਾਂ ਨੇ ਆਪਣੇ ਹਜ਼ਾਰਾਂ ਹੀ ਜਿਹੜੇ ਸਟੋਰ ਵਰਕਰ ਆ, ਅਦਰ ਜਿਹੜੇ ਹੋਰ ਇੰਪਲਾਈਜ਼ ਆ ਜਿਹੜੇ ਕਈ ਸੈਂਕੜਿਆਂ ਦੀ ਸੰਖਿਆ ਦੇ ਵਿੱਚ, ਉਹਨਾਂ ਨੇ ਜਿਹੜੇ ਆਪਣੇ ਜਿਹੜੇ ਕਈ ਸਟੋਰ ਵਰਕਰ ਆ ਉਹਨਾਂ ਨੂੰ ਫਰਲੋ ਕਰ ਦਿੱਤਾ ਆ। ਲੇਡ ਆਫ ਅਤੇ ਫਰਲੋ 'ਚ ਇਹ ਫਰਕ ਹੁੰਦਾ, ਫਰਲੋ ਦੇ ਵਿੱਚ ਇੱਕ ਟੈਂਪਰੇਰੀ ਤੁਹਾਨੂੰ ਜੋਬ ਤੋਂ ਕੱਢਿਆ ਨਹੀਂ ਗਿਆ ਹੁੰਦਾ, ਪਰ ਕੁਛ ਚਿਰ ਦੇ ਲਈ ਤੁਹਾਡੀ ਜੋਬ ਜਿਹੜੀ ਆ ਉਹ ਬੰਦ ਹੋ ਜਾਂਦੀ ਆ। ਜਿੱਦਾਂ ਆਪਾਂ ਜਾਣਦੇ ਹਾਂ ਵੀ ਜਦੋਂ ਗੌਰਮੈਂਟ ਸ਼ਟਡਾਊਨ ਹੁੰਦੀ ਆ, ਸਾਰੇ ਜਿਹੜੇ ਫੈਡਰਲ ਵਰਕਰ ਆ ਮੋਸਟਲੀ ਉਹ ਫਰਲੋ ਕਰ ਦਿੱਤੇ ਜਾਂਦੇ, ਜੋਬ ਤੋਂ ਨਹੀਂ ਨਿਕਲਦੇ, ਪਰ ਜਿੰਨੀ ਦੇਰ ਤੱਕ ਦੁਬਾਰਾ ਇੱਕ ਹਿਸਾਬ ਦੇ ਨਾਲ ਬਜਟ ਪਾਸ ਨਹੀਂ ਹੋ ਜਾਂਦਾ, ਗੌਰਮੈਂਟ ਦੁਬਾਰਾ ਰੀਓਪਨ ਨਹੀਂ ਹੋ ਜਾਂਦੀ, ਉਨੀ ਦੇਰ ਤੱਕ ਉਹ ਕੰਮ 'ਤੇ ਜਿਹੜੇ ਉਹ ਨਹੀਂ ਜਾਂਦੇ। ਸੋ ਉਸੇ ਤਰੀਕੇ ਦੇ ਨਾਲ ਮੇਸੀ ਅਤੇ ਕੋਲ ਦੇ ਜਿਹੜੇ ਇੰਪਲੋਈਜ਼ ਆ, ਸਟੋਰ ਵਰਕਰਸ ਆ, ਉਹਨਾਂ ਨੂੰ ਫਰਲੋ ਕੀਤਾ ਗਿਆ ਅਤੇ ਇਹ ਜਿਹੜਾ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਫਰਲੋ ਲੇ ਆਫ ਦੇ ਵਿੱਚ ਚੇਂਜ ਹੋ ਸਕਦੀ ਆ, ਕਿਉਂਕਿ ਇਹਨਾਂ ਦੀਆਂ ਸੇਲਸ ਦੇ ਉੱਤੇ ਬਹੁਤ ਵੱਡਾ ਅਸਰ ਆ। ਸੋ ਬਿਲਕੁਲ ਇਹ ਡਿਪੈਂਡ ਕਰਦਾ ਆ। ਹੁਣ ਕਈ ਜਗ੍ਹਾ ਇਹ ਗੱਲਬਾਤ ਹੋ ਰਹੀ ਆ ਵੀ ਮੇਬੀ ਜੂਨ ਤੱਕ ਜਿਹੜਾ ਸ਼ਟਡਾਊਨ ਚੱਲ ਸਕਦਾ ਹੈਗਾ ਆ। ਹਜੇ ਤੱਕ ਤਾਂ ਅਪ੍ਰੈਲ 30 ਤੱਕ ਆ। ਸਕੂਲ ਜਿਹੜੇ ਆ ਉਹ ਲਗਭਗ ਸਾਰਿਆਂ ਦੇ ਸੈਸ਼ਨ ਜਿਹੜੇ ਆ ਉਹ ਇਹ ਗਿਆ ਸੈਸ਼ਨ। ਸੋ ਜੇ 2-3 ਮਹੀਨੇ ਲੰਮਾ ਹੋ ਜਾਂਦਾ ਆ ਅਤੇ ਜਿਹੜੀ ਕ੍ਰਿਸਮਸ ਥੈਂਕਸ ਗਿਵਿੰਗ ਆ ਉਹ ਵੀ ਫਿਰ ਜਿਹੜਾ ਬਿਜ਼ਨਸ ਡੈਡ ਵਾਂਗ ਹੀ ਹੋਣਾ ਆ। ਸੋ ਫਿਰ ਬਿਲਕੁਲ ਹੀ ਇਹ ਲੇ ਆਫ ਹੋਣਾ। ਸੋ ਆਪਾਂ ਰਾਜਕਨਵੀਰ ਸਿੰਘ ਜੀ USA ਦੀ ਥੋੜ੍ਹੀ ਜਿਹੀ ਡਿਟੇਲ ਦੱਸਣੀ ਭੁੱਲ ਗਏ ਸੀ। ਨਿਊਯਾਰਕ ਜਿਹੜਾ ਆ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਇਸ ਵੇਲੇ। ਨਿਊਯਾਰਕ 'ਚ 76,000 ਟੋਟਲ ਕੇਸਿਸ ਹੋ ਗਏ ਆ। ਨਵੇਂ ਕੇਸ 24 ਘੰਟਿਆਂ 'ਚ 8500 ਦੇ ਕਰੀਬ ਹੋਏ ਅਤੇ ਇਕੱਲੇ 24 ਘੰਟਿਆਂ 'ਚ 208 ਮੌਤਾਂ ਹੋਈਆਂ। ਹੁਣ ਇਕੱਲੇ ਨਿਊਯਾਰਕ ਦੇ ਵਿੱਚ 1550 ਜਾਣਿਆਂ ਦੀ ਮੌਤ ਹੋ ਚੁੱਕੀ ਆ। ਨਿਊ ਜਰਸੀ 'ਚ 16,636 ਕੇਸ ਆ, ਉਹਨੇ ਅਪਡੇਟ ਨਹੀਂ ਕੀਤਾ ਹਜੇ। ਕੈਲੀਫੋਰਨੀਆ 'ਚ 7426 ਆ। ਮਿਸ਼ੀਗਨ 'ਚ ਹੁਣ 6498 ਹੋ ਗਏ। ਫਲੋਰੀਡਾ 'ਚ 1338 ਹੋ ਗਏ। ਮੈਸਾਚੂਸੇਟਸ 'ਚ 5752 ਹੋ ਗਿਆ। ਵਾਸ਼ਿੰਗਟਨ ਸਟੇਟ ਜਿਹੜੀ ਹੁਣ 7ਵੇਂ ਨੰਬਰ 'ਤੇ ਆ, ਜਿੱਥੇ ਸਭ ਤੋਂ ਪਹਿਲਾਂ ਜਿਹੜੇ ਆ ਇਹ ਕੇਸ ਸ਼ੁਰੂ ਹੋਏ ਸੀ। ਅਤੇ ਲੱਗਦਾ ਵੀ 1-2 ਦਿਨਾਂ ਦੇ ਵਿੱਚ ਇਲੀਨਾਇਸ, ਪੈਨਸਿਲਵੇਨੀਆ, ਲੂਜ਼ੀਆਨਾ ਜਿਹੜਾ ਇਹ ਵਾਸ਼ਿੰਗਟਨ ਸਟੇਟ ਨੂੰ ਕ੍ਰਾਸ ਕਰ ਜਾਣਗੇ। ਸੋ ਪੂਰੇ USA ਦੇ ਵਿੱਚ ਜਿਹੜੀ ਆ ਕਰੋਨਾ ਵਾਇਰਸ ਹਰ ਇੱਕ ਜਿਹੜਾ ਸਟੇਟ ਆ ਉੱਥੇ ਫੈਲ ਰਹੀ ਹੈਗੀ ਆ। ਜੀ ਬਿਲਕੁਲ। ਇਕੋਨਮੀ ਦੇ ਉੱਤੇ ਤਾਂ ਅਸਰ ਜਿਹੜਾ ਇਸ ਦਾ ਬਹੁਤ ਵੱਡਾ ਤੌਰ ਦੇ ਉੱਤੇ ਜਿਹੜਾ ਉਹ ਪੈ ਹੀ ਰਿਹਾ ਹੈ। ਹਰਜੋਤ ਸਿੰਘ ਜੀ, ਆਪਾਂ ਦੇਖ ਰਹੇ ਹਾਂ ਵੀ ਅਨਇੰਪਲੋਇਮੈਂਟ ਦੇ ਆંકੜੇ ਅਸਮਾਨ ਨੂੰ ਛੂਹ ਰਹੇ ਆ ਅਤੇ ਕੱਲ੍ਹ ਜਿਹੜਾ ਇੱਕ ਖਦਸ਼ਾ ਪ੍ਰਗਟ ਕੀਤਾ ਗਿਆ ਸੀਗਾ ਵੀ 32% ਤੱਕ ਜਾਂ ਕੁੱਲ ਅਮਰੀਕਾ ਦੀ 47 ਮਿਲੀਅਨ ਜਿਹੜੀ ਆਬਾਦੀ ਆ ਉਹ ਲੇ ਆਫ ਹੋ ਸਕਦੀ ਆ, ਉਹ ਅਨਇੰਪਲੋਇਡ ਜਿਹੜੀ ਹੋ ਸਕਦੀ ਆ। ਉਸ ਦਾ ਵੀ ਜਿਹੜਾ ਅਸਰ ਹੈ ਸਟਾਕ ਮਾਰਕੀਟ ਦੇ ਉੱਤੇ ਕਿਤੇ ਨਾ ਕਿਤੇ ਨਜ਼ਰ ਵੀ ਜਿਹੜਾ ਉਹ ਥੋੜ੍ਹਾ ਜਿਹੜਾ ਉਹ ਆ ਰਿਹਾ ਵੀ ਤਾਂ ਦੀ ਜਾਣ ਦੀ ਬਜਾਏ ਥੱਲੇ ਵੱਲ ਨੂੰ ਇਹਨੇ ਮੁੱਖ ਕੀਤਾ ਹੋਇਆ ਆ। ਉਧਰ ਜੈਟ ਬਲੂ ਜਿਹੜੀ ਨਿਊਯਾਰਕ ਏਰੀਆ ਬੇਸਡ ਉਹਨਾਂ ਦਾ ਹੋਮ ਟਾਊਨ ਹੈਗਾ, ਉਹਨਾਂ ਨੇ ਆਪਣੀਆਂ 80% ਫਲਾਈਟਾਂ ਜਿਹੜੀਆਂ ਉਹ ਘੱਟ ਕਰ ਦਿੱਤੀਆਂ ਆ। ਜਿਸ ਤਰੀਕੇ ਨਾਲ ਕਰੋਨਾ ਵਾਇਰਸ ਆਪਾਂ ਦੇਖਿਆ ਵੀ ਉੱਥੇ ਫੈਲ ਰਿਹਾ ਆ, ਹਾਲਾਤ ਜਿਹੜੇ ਬਹੁਤ ਹੀ ਗੰਭੀਰ ਹੁੰਦੇ ਜਾ ਰਹੇ ਆ। ਉਧਰ ਨਿਊਯਾਰਕ ਦੇ ਗਵਰਨਰ ਕਿਊਮੋ ਜਿਹੜੇ ਆ ਉਹਨਾਂ ਨੇ ਕਿਹਾ ਵੀ ਕਰੋਨਾ ਵਾਇਰਸ ਜਿੰਨਾ ਸੋਚਿਆ ਸੀ ਉਸ ਤੋਂ ਵੀ ਜ਼ਿਆਦਾ ਘਾਤਕ ਹੈਗਾ ਆ। ਕਹਿੰਦੇ ਵੀ ਨਿਊਯਾਰਕ ਦੇ ਵਿੱਚ ਓਵਰਨਾਈਟ ਰਾਤੋਂ ਰਾਤ 14% ਹੋਰ ਕੇਸ ਜਿਹੜੇ ਆ ਉੱਥੇ ਵੱਧ ਗਏ ਨੇ। ਸੋ ਉੱਥੇ ਇਕੱਲੇ ਜਿਹੜੇ ਹਰਜੋਤ ਸਿੰਘ ਜੀ ਨਿਊਯਾਰਕ ਦੇ ਵਿੱਚ ਜਿੱਦਾਂ ਤੁਸੀਂ ਵੀ ਦੱਸ ਕੇ ਹਟੇ ਆ 1500 ਤੋਂ ਵੱਧ ਲੋਕਾਂ ਦੀ ਜਿਹੜੀ ਮੌਤ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਆ ਉਹਦੇ ਵਿੱਚ 1500 ਤੋਂ ਵੱਧ ਜਿਹੜੀਆਂ ਮੌਤਾਂ ਉੱਥੇ ਹੋਈਆਂ ਨੇ। ਸੋ ਉਸ ਦੇ ਇਰਦ ਗਿਰਦ ਦੇ ਜਿਹੜੇ ਬਹੁਤ ਸਾਰੇ ਹੁਣ ਸੂਬੇ ਆ ਉਹਨਾਂ ਨੇ ਵੀ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ ਲਾਕਡਾਊਨ ਵਾਲਾ ਇੱਕ ਹਿਸਾਬ ਨਾਲ ਕੀਤਾ ਆ ਵੀ ਆਪਾਂ ਸ਼ੈਲਟਰ ਐਟ ਪਲੇਸ ਵੀ ਸਟੇ ਐਟ ਹੋਮ ਦੇ ਆਦੇਸ਼ ਤੇ ਜਿਹੜੇ ਨਾਨ ਅਸੈਂਸ਼ੀਅਲ ਬਿਜ਼ਨਸਿਸ ਆ ਉਹਨਾਂ ਨੂੰ ਜਿਹੜਾ ਉਹ ਬੰਦ ਕਰਨ ਦੇ ਆਦੇਸ਼ ਦਿੱਤੇ ਹੋਏ ਨੇ। ਸੋ ਇਸ ਦਾ ਅਸਰ ਜਿਹੜਾ ਵਿਆਪਕ ਤੌਰ ਦੇ ਉੱਤੇ ਆਪਣੇ ਚੌਸ਼ਫੇਰੇ ਜਿਹੜੇ ਆਪਾਂ ਨੂੰ ਨਜ਼ਰ ਆਊਗਾ। ਅਜੇ ਸ਼ੁਰੂਆਤੀ ਦੂਜਾ-ਤੀਜਾ ਹਫ਼ਤਾ ਹੈਗਾ ਆ, ਇਸ ਲਈ ਅਜੇ ਇੰਨਾ ਜ਼ਿਆਦਾ ਜਿਹੜਾ ਫਰਕ ਸ਼ਾਇਦ ਉਹ ਮਹਿਸੂਸ ਤਾਂ ਹੋ ਰਿਹਾ, ਪਰ ਇੰਨਾ ਜ਼ਿਆਦਾ ਸ਼ਾਇਦ ਨਾ ਹੋ ਰਿਹਾ ਹੋਵੇ, ਪਰ ਅਸਰ ਇਸ ਦਾ ਜਿਹੜਾ ਕਾਫੀ ਡੂੰਘਾ
ਤੇ ਡਾਢਾ ਜਿਹੜਾ ਇਸ ਦਾ ਪੈਣ ਵਾਲਾ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਲੋਕਾਂ ਸਾਹਮਣੇ ਲੋਕਾਂ ਨੂੰ ਜਿਹੜੀ ਅਪੀਲ ਆ, ਬੇਨਤੀ ਆ, ਅੱਜ ਕੱਲ੍ਹ ਕਿਉਂਕਿ ਆਪਾਂ ਤੇਜ਼ ਰਫ਼ਤਾਰ ਜ਼ਿੰਦਗੀ ਆ, ਆਪਾਂ ਹਰ ਇੱਕ ਚੀਜ਼ ਇਨਫੋਰਮੇਸ਼ਨ ਜਿਹੜੀ ਉਹ ਆਪਣੇ ਕੋਲ ਮੌਜੂਦ ਆ, ਆਪਣੇ ਹੱਥਾਂ ਦੇ ਵਿੱਚ, ਫੋਨ ਦੇ ਵਿੱਚ। ਅੱਗੇ ਹੁੰਦਾ ਸੀ ਵੀ ਕੋਈ ਵੀ ਇਨਫੋਰਮੇਸ਼ਨ ਹਾਸਲ ਵੀ ਕਰਨੀ ਉਹਦੇ ਲਈ ਮਿਹਨਤ ਲੱਗਦੀ ਸੀ, ਲੋਕਾਂ ਦਾ ਟਾਈਮ ਪਾਸ ਹੋ ਜਾਂਦਾ ਸੀਗਾ, ਟਾਈਮ ਨਿਕਲ ਜਾਂਦਾ ਸੀ ਕੋਈ ਚੀਜ਼ ਨੂੰ ਕਰਨ ਦੇ ਲਈ, ਕੋਈ ਚੀਜ਼ ਦੇ ਬਾਰੇ ਜਾਣਕਾਰੀ ਹਾਸਲ ਕਰਨ ਲਈ। ਅੱਜ ਝਟਪਟ ਸਭ ਕੁਝ ਹੋ ਜਾਂਦਾ ਆ, ਸੋ ਆਪਾਂ ਕਾਹਲੇ ਬਹੁਤ ਪੈ ਜਾਂਦੇ ਆ ਜਲਦੀ। ਇਹ ਜਿਹੜਾ ਵਾਇਰਸ ਜਿਹੜਾ ਫੈਲ ਰਿਹਾ, ਇਹ ਇੱਕ ਨੇਚਰ ਦੇ ਦੁਆਰਾ ਹੈ, ਅਤੇ ਨੇਚਰ ਦਾ ਜਿਹੜਾ ਉਹ ਘੰਟਿਆਂ ਮਿੰਟਾਂ ਸਕਿੰਟਾਂ ਵਾਲਾ ਕੰਮ ਨਹੀਂ ਆ, ਉਹ ਜ਼ਿਆਦਾ ਸਮਾਂ ਜਿਹੜਾ ਲੈਂਦਾ ਹੈ। ਕਈ ਵਾਰੀ ਹਫ਼ਤਿਆਂ ਦੀ ਵੱਧਦੀ ਜਿਹੜੀ ਚਰਚਾ ਆ। ਆਪਣੇ ਜਦੋਂ ਇਹ ਕਰੋਨਾ ਵਾਇਰਸ ਦੀ ਟਾਸਕ ਫੋਰਸ ਬਣੀ ਸੀਗੀ, ਉਹਨਾਂ ਨੇ ਕਿਹਾ ਸੀ ਵੀ 8 ਤੋਂ 12 ਹਫ਼ਤੇ ਜਿਹੜੇ ਲੱਗਣਗੇ ਇੱਕ ਵਾਰੀ ਜਿਹੜਾ ਕਰਵ ਨੂੰ ਤਾਂ ਜਾ ਕੇ ਫਿਰ ਉਸ ਤੋਂ ਬਾਅਦ 'ਚ ਥੱਲੇ ਆਉਣ ਦੇ ਲਈ। ਅਜੇ ਆਪਾਂ ਤੀਜੇ ਚੌਥੇ ਹਫ਼ਤੇ ਦੇ ਵਿੱਚ ਇੱਥੇ ਆਏ ਹਾਂ। ਸੋ ਤੁਸੀਂ ਸਮਝੋ ਵੀ ਇਹ ਜਿਹੜਾ ਆਪਣਾ ਜਿਹੜਾ ਪ੍ਰੋਸੈਸ ਆ, ਇਹ ਅਜੇ ਹੋਰ ਲੰਬਾ ਚੱਲਣਾ ਆ। ਸੋ ਕਾਹਲੇ ਨਾ ਪਿਓ। ਕਈ ਵਾਰੀ ਹੁੰਦਾ ਵੀ 2 ਹਫ਼ਤੇ 'ਚ ਆਪਣਾ ਕੁਛ ਨਹੀਂ ਹੋਇਆ, ਆਪਣਾ ਬਚਾਅ ਹੋ ਗਿਆ, ਅਤੇ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਕੁਛ ਨਹੀਂ ਹੋ ਸਕਦਾ। ਸੋ ਉਹ ਧਾਰਨਾ ਕਿਤੇ ਨਾ ਕਿਤੇ ਆਪਣੇ ਮਨ ਦੇ ਵਿੱਚੋਂ ਕੱਢ ਕੇ ਰੱਖਿਓ। ਇਹ ਨਾ ਸੋਚਿਓ ਵੀ ਲੈ ਵੀ ਆਪਾਂ ਜੇ 2 ਹਫ਼ਤੇ ਬਚਾ ਰਿਹਾ ਅਤੇ ਆਉਣ ਵਾਲੇ ਸਮੇਂ 'ਚ ਵੀ ਕੁਛ ਨਹੀਂ ਹੋਊਗਾ। ਇਹ ਕਿਉਂਕਿ ਵਾਇਰਸ ਦਾ ਅਜੇ ਹਾਲ ਦੀ ਘੜੀ ਕਿਸੇ ਤਰੀਕੇ ਦਾ ਕੋਈ ਇਲਾਜ ਨਹੀਂ ਹੈਗਾ, ਜਿਸ ਕਰਕੇ ਜਿਹੜੀ ਇਹ ਪ੍ਰੋਬਲਮ ਸਭ ਤੋਂ ਜਿਹੜੀ ਵੱਡੇ ਪੈਮਾਨੇ ਦੇ ਉੱਤੇ ਆ ਰਹੀ ਆ। ਜਿਹੜੇ ਪੁਰਾਣੇ ਕਈ ਲੋਕ ਨੇ ਜਿਨ੍ਹਾਂ ਨੇ ਸੁਣੀਆਂ ਹੋਣਗੀਆਂ ਗੱਲਾਂ, ਜਾਂ ਉਹਨਾਂ ਦੇ ਲਈ ਜੇ ਆਪਾਂ ਦੱਸਦੇ ਜਾਈਏ, 1918 ਦੇ ਵਿੱਚ ਜਿਹੜਾ ਫਲੂ ਆਪਾਂ ਨੂੰ ਹੁਣ ਆਮ ਹੋ ਜਾਂਦਾ ਆ, ਉਹਦੀ ਆਪਣੇ ਕੋਲ ਦਵਾਈ ਉਪਲਬਧ ਆ। ਜਦੋਂ ਪਹਿਲੀ ਵਾਰੀ ਉਹ ਫਲੂ ਹੋਇਆ ਸੀ, ਉਦੋਂ ਉਸ ਨੇ 50 ਤੋਂ ਲੈ ਕੇ 60 ਮਿਲੀਅਨ ਤੱਕ ਲੋਕ ਪੂਰੀ ਵਿਸ਼ਵ ਦੇ ਵਿੱਚ ਜਿਹੜੇ ਉਹ ਖਪਾ ਦਿੱਤੇ ਸੀ, ਉਸ ਦੇ ਕਰਕੇ ਮਰ ਗਏ ਸੀਗੇ। ਸੋ ਤਾਂ ਹੀ ਜਿਹੜਾ ਕਰੋਨਾ ਵਾਇਰਸ ਤੋਂ ਲੋਕਾਂ ਦੇ ਵਿੱਚ ਅਤੇ ਦੁਨੀਆ ਦੇ ਵਿੱਚ ਅਤੇ ਸਾਰੇ ਮੁਲਕਾਂ ਦੇ ਵਿੱਚ ਡਰ ਹੈਗਾ ਆ, ਦਵਾਈ ਨਾ ਹੋਣ ਕਰਕੇ। ਵੀ ਆਪਣੇ ਕੋਲ ਇਸ ਦਾ ਅਜੇ ਹਾਲ ਦੀ ਘੜੀ ਕੋਈ ਤੋੜ ਨਹੀਂ ਆ, ਵੀ ਜੇ ਹੋ ਵੀ ਜਾਂਦਾ ਆ ਤਾਂ ਫਿਰ ਆਪਣੇ ਕੋਲ ਇਲਾਜ ਨਹੀਂ ਹੈ। ਅਤੇ ਆਪਾਂ ਦੇਖ ਹੀ ਰਹੇ ਹਾਂ ਵੀ ਲੋਕ ਕਿਸ ਤਰੀਕੇ ਦੇ ਨਾਲ ਉਸ ਦੇ ਕਰਕੇ ਜਿਹੜੇ ਉਹ ਮਰ ਵੀ ਰਹੇ ਨੇ। ਸੋ ਇਸ ਲਈ ਇਸ ਨੂੰ ਜਿਹੜਾ ਆ ਉਹ ਹਲਕੇ ਦੇ ਵਿੱਚ ਨਾ ਲਓ, ਕਾਹਲੇ ਨਾ ਪਿਓ। ਅਜੇ ਕਹਿ ਲਓ ਵੀ 3-4 ਹਫ਼ਤੇ ਤਾਂ ਅਜੇ ਹੋਰ ਈਜ਼ੀਲੀ ਜਿਹੜੇ ਇਸ ਦੇ ਵਿੱਚ ਆਪਾਂ ਨੇ ਲੋਕਡਾਊਨ, ਸ਼ੈਲਟਰ ਇਨ ਪਲੇਸ ਦੇ ਵਿੱਚ ਲੰਘ ਜਾਣੇ ਨੇ। ਸੋ ਆਪਣੇ ਆਪ ਨੂੰ ਹੋਰ ਚੀਜ਼ਾਂ ਦੇ ਵਿੱਚ ਜਿਹੜਾ ਬਿਜ਼ੀ ਕਰਨ ਦੇ ਲਈ, ਘਰਾਂ ਦੇ ਕੰਮਾਂ ਦੇ ਵਿੱਚ ਜਾਂ ਹੋਰ ਚੀਜ਼ਾਂ ਕਰਨ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਜਿਹੜਾ ਉਹ ਕੀਤਾ ਜਾਵੇ, ਰਾਦਰ ਦੈਨ ਇਸ ਦਾ ਜਿਹੜਾ ਮਨ ਦੇ ਵਿੱਚ ਬਾਰ-ਬਾਰ ਖਿਆਲ ਲਿਆਉਣ ਦੇਣਾ ਵੀ ਉਹ ਜਲਦੀ ਕੰਮ ਸ਼ੁਰੂ ਹੋਵੇ, ਇਹ ਹੋ ਜਾਓ। ਹੁਣ ਇਹ ਉਦੋਂ ਹੀ ਹੋਣਾ ਜਦੋਂ ਇਹ ਸਾਰਾ ਕੁਛ ਜਿਹੜਾ ਇੱਕ ਹਿਸਾਬ ਦੇ ਨਾਲ ਠੀਕ ਹੋਣ ਦੇ ਕਗਾਰ 'ਤੇ ਹੋਊਗਾ। ਸੋ ਪਲੀਜ਼ ਆਪਣੇ ਮਨਾਂ ਨੂੰ ਜਿਹੜਾ ਥੋੜ੍ਹਾ ਸ਼ਾਂਤ ਚਿੱਤ ਕਰਨ ਦੀ ਕੋਸ਼ਿਸ਼ ਕਰੋ, ਕਾਹਲੇ ਜਿਹੜੇ ਉਹ ਨਾ ਪਾਓ। ਅਦਰਵਾਈਜ਼ ਪ੍ਰੋਬਲਮ ਆਪਣੇ ਸਾਰਿਆਂ ਦੇ ਲਈ ਇਹ ਹੋਰ ਵੱਧ ਸਕਦੀ ਆ। ਵਾਇਰਸ ਦੇ ਪੈਰ ਨਹੀਂ ਹੈਗੇ, ਪੈਰ ਕਿਹਦੇ ਆ? ਲੋਕਾਂ ਦੇ ਆ। ਜਦੋਂ ਲੋਕ ਜਾਂਦੇ ਨੇ ਕਿਤੇ, ਤੇ ਉਹ ਵਾਇਰਸ ਇੱਧਰ ਘਰੇ ਜਿਹੜਾ ਲੈ ਕੇ ਆਉਂਦੇ ਨੇ, ਜਾਂ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਪਹੁੰਚਾਉਂਦੇ ਨੇ। ਵਾਇਰਸ ਹਵਾ ਦੇ ਵਿੱਚ ਉੱਡ ਨਹੀਂ ਸਕਦਾ, ਤੈਰ ਨਹੀਂ ਸਕਦਾ, ਉਹ ਕੁਛ ਨਹੀਂ ਕਰ ਸਕਦਾ। ਆਪਾਂ ਹੀ ਜਿਹੜਾ ਵਾਇਰਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਿਹੜਾ ਉਹ ਪਹੁੰਚਾਉਂਦੇ ਨੇ, ਆਪਾਂ ਹੀ ਉਹਨਾਂ ਦੀ ਰਾਈਡ ਹੈਗੇ ਆ। ਸੋ ਇਸ ਲਈ ਜੇ ਘਰੇ ਬੈਠੇ ਰਹੋਗੇ, ਵਾਇਰਸ ਨੂੰ ਕੋਲ ਰਾਈਡ ਨਹੀਂ ਆ, ਪਿਆ ਬਾਹਰ ਜਿਹੜਾ ਉਹ ਮਰਦਾ ਜਾਊਗਾ। ਉਸ ਦੀ ਜਿਹੜੀ ਕਹਿ ਲਓ ਵੀ ਜਿਹੜੀ ਉਹਦੀ ਜਿਸ ਤਰੀਕੇ ਨਾਲ ਲੋਕਾਂ ਦੇ ਅੰਦਰ ਚਲਿਆ ਜਾਂਦਾ ਆ, ਉਹ ਜਿਹੜੀ ਉਸ ਦੀ ਚੀਜ਼ ਕਮੀ ਜਿਹੜੀ ਉਸ ਦੇ ਵਿੱਚ ਆਊਗੀ। ਸੋ ਜਿੰਨਾ ਸਟੇ ਐਟ ਹੋਮ, ਜਿਹੜੀਆਂ ਸੇਫ ਲਾਈਵਸ ਵਾਲੀ ਗੱਲ ਆ, ਇਹ ਬਿਲਕੁਲ ਸਹੀ ਆ। ਤਾਂ ਹੀ ਬਾਰ-ਬਾਰ ਸਾਰੇ ਜਣੇ ਕਹਿ ਰਹੇ ਨੇ, ਜਿੰਨੇ ਵੀ ਹੈਲਥ ਅਫੀਸ਼ੀਅਲ ਨੇ, ਘਰਾਂ 'ਚ ਰਹਿ ਕੇ ਆਪਣੀਆਂ ਤੇ ਆਪਣੇ ਜਿਹੜੇ ਨਜ਼ਦੀਕੀ ਲੋਕਾਂ ਦੀਆਂ, ਰਿਸ਼ਤੇਦਾਰਾਂ ਦੀਆਂ, ਦੋਸਤਾਂ ਮਿੱਤਰਾਂ ਦੀਆਂ ਜਾਨਾਂ ਦੀ ਜਿਹੜੀ ਉਹ ਭਲਾਈ ਕਰੋ। ਸੋ ਬਿਲਕੁਲ, ਜਿਸ ਤਰ੍ਹਾਂ ਇਕੋਨਮੀ ਦੀ ਆਪਾਂ ਗੱਲ ਕਰਦੇ ਸੀ, ਗੋਲਡਮਨ ਸੈਕ ਗਰੁੱਪ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੀ US ਦੇ ਵਿੱਚ GDP ਆ ਉਹ 34% ਸ਼ਰਿੰਕ ਹੋ ਜਾਊਗੀ ਸੈਕੰਡ ਕੁਆਰਟਰ 'ਚ, ਅਤੇ ਉਹ 15% ਅਨਪਲਾਇਮੈਂਟ ਕਹਿੰਦੇ। ਕਈ ਜਗ੍ਹਾ ਤਾਂ ਬਹੁਤ ਵੱਡੀ ਗਿਣਤੀ ਜਿਹੜੀ ਅਨਪਲਾਇਮੈਂਟ ਦੀ ਕਹਿ ਰਹੇ ਹੈਗੇ ਆ। ਇਸੇ ਤਰ੍ਹਾਂ ਕਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਦਾ ਸਭ ਤੋਂ ਜਿਹੜਾ ਰਿਨਾਊਂਡ ਮਸ਼ਹੂਰ ਨਿਊਰੋ ਸਰਜਨ ਸੀ, ਉਸ ਦੀ ਡੈਥ ਅੱਜ ਹੋ ਗਈ ਆ। ਪੀਡੀਆਟ੍ਰਿਕ ਨਿਊਰੋ ਸਰਜਨ ਡਾਕਟਰ ਜੇਮਸ ਗੋਡਰਿਚ, ਇਹਨਾਂ ਦੀ ਅੱਜ ਡੈਥ ਹੋ ਗਈ ਕਰੋਨਾ ਵਾਇਰਸ ਕਰਕੇ। ਇਹ ਉਸ ਟਾਈਮ ਦੇ ਉੱਤੇ ਦੁਨੀਆ ਦੀ ਹਾਈਲਾਈਟ 'ਚ ਆਇਆ ਸੀ ਜਦੋਂ 2 ਬੱਚਿਆਂ ਦੇ ਜਿਹੜੇ ਜੁੜਵੇਂ ਸੀਗੇ, ਜਿਨ੍ਹਾਂ ਦੇ ਸਿਰ ਜੁੜੇ ਹੋਏ ਸੀ, ਜਿਨ੍ਹਾਂ ਨੂੰ ਇਸ ਨੇ 27 ਘੰਟੇ ਦਾ ਜਿਹੜਾ ਆਪਰੇਸ਼ਨ ਹੋਇਆ ਸੀ, ਅਤੇ 40 ਡਾਕਟਰਾਂ ਨੇ ਆਪਰੇਸ਼ਨ ਕੀਤਾ ਸੀ। ਉਹਦਾ ਇਹ ਹੈੱਡ ਸੀਗਾ, ਉਸ ਟਾਈਮ 'ਤੇ ਹਾਈਲਾਈਟ 'ਚ ਆਇਆ ਸੀ। ਅਤੇ ਅਨਫੋਰਚੂਨੇਟਲੀ ਜਿਹੜੀ ਆ ਅੱਜ ਉਹਨਾਂ ਦੀ ਜਿਹੜੀ ਆ ਕਰੋਨਾ ਵਾਇਰਸ ਦੇ ਨਾਲ ਡੈਥ ਹੋ ਗਈ ਹੈਗੀ ਹੈ। ਜੀ ਬਿਲਕੁਲ, ਇਸ ਨੇ ਜਿਹੜਾ ਕਾਫੀ ਜ਼ਿਆਦਾ ਜਿਹੜੀ ਸਮੱਸਿਆ ਉਹ ਕੀਤੀ ਆ। ਉੱਦਾਂ ਜਿਹੜਾ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈਗੀ ਆ, ਥੋੜ੍ਹਾ ਜਿਹਾ ਗਰਮੈਸ਼ ਵਾਲਾ ਮਾਹੌਲ ਮੌਸਮ ਜਿਹੜਾ ਉਹ ਆ ਰਿਹਾ ਆ, ਪਰ ਆਪਾਂ ਬਿਲਕੁਲ ਵੀ ਇਹ ਨਾ ਹੋ ਜਾਈਏ ਵੀ ਹਾਂ ਵੀ ਚਲੋ ਗਰਮੀ ਆ ਗਈ ਅਤੇ ਵਾਇਰਸ ਨੇ ਜਿਹੜਾ ਆ ਉਹ
ਗਾਂ ਜਿਹੜਾ ਫੈਲਣਾ ਨਹੀਂ। ਵਾਇਰਸ ਜੇ ਤੁਹਾਡੇ ਕਿਸੇ ਦੇ ਸਰੀਰ ਦੇ ਵਿੱਚ ਹੈਗਾ, ਉਸ ਦੀ ਛਿੱਕ, ਖੰਘ, ਮੂੰਹ ਦੇ ਵਿੱਚੋਂ ਕੋਈ ਵੀ ਡ੍ਰੌਪਲੈਟਸ ਜਦੋਂ ਨਿਕਲਦੇ ਨੇ, ਅਤੇ ਜੇ ਕੋਈ ਅਗਲੇ ਬੰਦੇ ਦੇ ਅੱਖ, ਮੂੰਹ, ਨੱਕ ਦੇ ਵਿੱਚ ਉਹ ਪੈ ਜਾਂਦੇ ਨੇ ਤਾਂ ਉਹ ਉਸ ਦੇ ਵਿੱਚ ਉਹ ਪ੍ਰਵੇਸ਼ ਕਰ ਸਕਦਾ ਆ। ਹਾਂ, ਇਹ ਆਖਿਆ ਜਾਂਦਾ ਹੁਣ, ਤਾਂ ਹੀ ਕਹਿੰਦੇ ਆ ਵੀ ਜਿਹੜੀਆਂ ਵੀ ਚੀਜ਼ਾਂ ਹੁਣ ਤੁਸੀਂ ਖਾਣੀਆਂ ਆ ਜਾਂ ਕੁਛ ਵੀ ਜਿਹੜਾ ਤੁਸੀਂ ਪੀਣਾ ਹੈ, ਟਰਾਈ ਕਰੋ ਵੀ ਗਰਮ ਹੋਵੇ, ਉਬਾਲ ਕੇ ਕੀਤਾ ਹੋਵੇ, ਕਿਉਂਕਿ ਉਨੇ ਹੀ ਟੈਂਪਰੇਚਰ ਦੇ ਉੱਤੇ ਕੋਈ ਵੀ ਵਾਇਰਸ, ਬੈਕਟੀਰੀਆ ਆ ਉਹ ਉਸ ਦੇ ਵਿੱਚ ਉਹ ਮਰ ਜਾਂਦਾ। ਇੱਕ ਹਿਸਾਬ ਦੇ ਨਾਲ ਜਿਹੜੀਆਂ ਚੀਜ਼ਾਂ ਉਸ ਦੇ ਵਿੱਚ ਨਹੀਂ ਆਪਾਂ ਨੂੰ ਚਾਹੀਦੀਆਂ ਹੁੰਦੇ, ਕੀਟਾਣੂ ਵਿਸ਼ਾਣੂ ਜਿਹੜੇ ਨਹੀਂ ਚਾਹੀਦੇ, ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸੋ ਡੈਫੀਨੇਟਲੀ ਅਸਰ ਹੁੰਦਾ ਆ, ਪਰ ਆਪਾਂ ਬਿਲਕੁਲ ਵੀ ਉਹੀ ਚੀਜ਼ ਜਿਹੜੀ ਉਹ ਨਾ ਸਮਝੀਏ। ਹਾਂ, ਜਿਹੜਾ ਆ ਇਸ ਦਾ ਅਸਰ ਇਸ ਦੇ ਫੈਲਣ ਦੇ ਉੱਤੇ ਘੱਟ ਸਕਦਾ ਆ, ਕਨਫਰਮ ਨਹੀਂ ਆ, ਕਿਉਂਕਿ ਇਹ ਬਿਲਕੁਲ ਨਵਾਂ ਵਾਇਰਸ ਆ। ਸੋ ਅਜੇ ਸਾਰੀਆਂ ਰਿਸਰਚ ਸਟੱਡੀਜ਼ ਜਿਹੜੀਆਂ ਇਸ ਦੇ ਉੱਤੇ ਚੱਲ ਰਹੀਆਂ। ਮੈਂ ਜਿੱਦਾਂ ਆਪਾਂ ਕਿਹਾ ਸੀ, ਆਪਾਂ ਕਾਹਲੇ ਪੈ ਜਾਂਦੇ ਹਾਂ, ਕਾਹਲੇ ਨਾ ਪਾਈਏ, ਬਿਲਕੁਲ ਨਵੀਂ ਚੀਜ਼ ਹੈਗੀ ਆ। ਇਸ ਦੇ ਪ੍ਰਤੀ ਜਿਹੜਾ ਅਜੇ ਆਪਣੇ ਕੋਲ ਜਿਹੜੇ ਸਾਇੰਸਦਾਨ ਵੀ ਆ, ਉਹਨਾਂ ਦੇ ਕੋਲ ਅਜੇ ਇਸ ਦੇ ਪ੍ਰਤੀ ਕੋਈ ਬਹੁਤੇ ਜਵਾਬ ਨਹੀਂ ਹੈਗੇ। ਉਹ ਕੇਸ ਬਾਈ ਕੇਸ ਜਿਹੜੇ ਕੋਈ ਰਿਕਵਰ ਕਰ ਰਹੇ ਆ, ਜੋ ਕੁਝ ਵੀ ਹੋ ਰਿਹਾ, ਉਹਨਾਂ ਨੂੰ ਉਹ ਦੇਖ ਰਹੇ ਹੈਗੇ ਨੇ ਜੀ। ਤੇ ਅਗਲੀ ਖਬਰ ਜਿਹੜੀ ਆ, CNN ਦੇ ਹੋਸਟ ਜਿਹੜੇ ਹੈਗੇ ਆ, ਕ੍ਰਿਸ ਕੋਮੋ, ਉਹਨਾਂ ਨੇ ਅੱਜ ਅਨਾਊਂਸ ਕੀਤਾ ਵੀ ਉਹਨਾਂ ਨੂੰ ਵੀ ਜਿਹੜਾ ਕਰੋਨਾ ਵਾਇਰਸ ਨਾਲ ਡਾਇਗਨੋਸ ਹੋਏ ਹੈਗੇ ਆ, ਪਰ ਅਰਲੀ ਸਟੇਜ ਆ। ਉਹ ਕਹਿੰਦੇ ਵੀ ਮੈਂ ਕੰਮ ਕਰਨਾ ਇੱਦਾਂ ਹੀ ਜਾਰੀ ਰੱਖੂੰਗਾ, ਘਰ ਤੋਂ ਹੀ ਕਰੂੰਗਾ। ਹਜੇ ਕੱਲ੍ਹ ਹੀ ਉਹਨਾਂ ਨੇ ਆਪਣਾ ਬ੍ਰਦਰ ਜਿਹੜਾ ਉਹਨਾਂ ਦਾ ਜਿਹੜਾ ਗਵਰਨਰ ਆ ਨਿਊਯਾਰਕ ਦਾ, ਉਹਨਾਂ ਦਾ ਬ੍ਰਦਰ ਆ, ਮੈਨੂੰ ਵੀ ਅੱਜ ਹੀ ਪਤਾ ਲੱਗਾ ਜੀ, ਕੋਮੋ, ਉਹਨਾਂ ਦੀ ਇੰਟਰਵਿਊ ਕੀਤੀ ਸੀ। ਜੀ ਜੀ। ਸੋ ਇਹ ਦੇਖਦੇ ਹਾਂ ਹੁਣ, ਗਵਰਨਰ ਨੂੰ ਵੀ ਚੈੱਕ ਜਿਹੜਾ ਜਲਦੀ ਕਰਾਉਣਾ ਚਾਹੀਦਾ, ਕਨਫਰਮ ਕਰਨਾ ਚਾਹੀਦਾ ਵੀ ਕੀ ਉਹਨਾਂ ਨੂੰ ਇਸ ਤਰੀਕੇ ਦਾ ਤਾਂ ਨਹੀਂ ਹੈਗਾ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਜੇ ਆਪਾਂ ਗੱਲ ਕਰੀਏ, ਆਪਾਂ ਜਿਹੜੀ ਇਕਨੋਮਿਕ ਦੀ ਇਸ ਦੀ ਜਿਹੜੀ ਗੱਲ ਕਰ ਰਹੇ ਸੀ, ਹਰ ਇੱਕ ਇੰਡਸਟਰੀ ਦੇ ਉੱਤੇ ਜਿਹੜਾ ਅਸਰ ਪੈ ਰਿਹਾ ਆ। ਜਿਹੜੀ ਇੱਕ ਐਂਟਰਟੇਨਮੈਂਟ ਇੰਡਸਟਰੀ ਆ, ਜਿੰਨੇ ਵੀ ਕੌਂਸਰਟ ਹੋਣੇ ਸੀਗੇ, ਜਿੰਨੇ ਵੀ ਸ਼ੋਜ਼ ਵਗੈਰਾ ਹੋਣੇ ਸੀ, ਆਲਮੋਸਟ ਸਾਰੇ ਹੀ ਰੱਦ ਨੇ। ਇਨਫੈਕਟ ਹਾਲੀਵੁੱਡ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਐਂਟਰਟੇਨਮੈਂਟ ਇੰਡਸਟਰੀ ਜਿਹੜੀ ਗਿਣੀ ਜਾਂਦੀ ਆ, ਉਸ ਦੇ ਵੀ ਹਾਲ ਜਿਹੜੇ ਪੱਤੇ ਇੱਕ ਹਿਸਾਬ ਦੇ ਨਾਲ ਵਿਕੇ ਹੋਏ ਆ, ਕਿਉਂਕਿ ਨਾ ਕੋਈ ਮੂਵੀ ਰਿਲੀਜ਼ ਹੋ ਰਹੀ ਆ, ਥੀਏਟਰ ਸਾਰੇ ਜਿਹੜੇ ਉਹ ਬੰਦ ਨੇ। ਤਕਰੀਬਨ ਸਾਰੇ ਹੀ ਵੱਡੇ ਪਾਵਰ ਹਾਊਸਿਸ, ਚਾਹੇ ਉਹ ਡਿਜ਼ਨੀ ਆ, ਚਾਹੇ ਸੋਨੀ ਆ, ਮਾਰਵਲ ਵਾਲੇ ਆ, ਜਿਹੜੇ ਹੈਗੇ ਨੇ, ਫੌਕਸ ਹੋ ਗਏ, ਯੂਨੀਵਰਸਲ, ਜਿੰਨੇ ਵੀ, ਉਹਨਾਂ ਸਾਰਿਆਂ ਨੇ ਤਕਰੀਬਨ ਆਪਣੀਆਂ ਸਾਰੀਆਂ ਹੀ ਮੂਵੀਆਂ ਉਹ ਹੋਲਡ 'ਤੇ ਪਾਈਆਂ ਆ, ਅਤੇ ਜਾਂ ਅਗਲੇ ਸਾਲ ਕਹਿੰਦੇ ਆ ਵੀ ਉਹਨਾਂ ਨੂੰ ਰਿਲੀਜ਼ ਕਰਨ ਦਾ ਜਿਹੜਾ ਮਨ ਆ ਉਹ ਬਣਾ ਰਹੇ ਨੇ। ਕਿਉਂਕਿ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਹੋਣਾ ਵੀ, ਚਲੋ ਇਹ ਵਕਤ ਆਇਆ, ਇਹਨੇ ਲੰਘ ਜਾਣਾ। ਹੁਣ ਦੇਖੋ, ਜਿੰਨਾ ਚਿਰ ਵੀ ਲੱਗੂਗਾ ਉਹਨਾਂ ਚਿਰ ਇਸਨੇ ਲੱਗਣਾ ਹੀ ਲੱਗਣਾ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਵੀ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈ ਹੋਣਾ ਪਬਲਿਕ ਪਲੇਸਾਂ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਉਹ ਜਾਣ ਦੇ ਲਈ, ਵੀ ਆਪਾਂ ਜਾਈਏ ਨਾ ਜਾਈਏ। ਸੋ ਇਸ ਇੰਡਸਟਰੀ ਦੇ ਉੱਤੇ ਵੀ ਜਿਹੜਾ ਖਾਸਾ ਅਸਰ ਹੋਣਾ। ਹੁਣ ਆਪਾਂ ਦੇਖ ਰਿਹਾ ਵੀ ਤਕਰੀਬਨ ਇਹ ਸਾਰੀਆਂ ਮੂਵੀਆਂ ਹੁਣ ਅਰਲੀ ਐਕਸੈਸ ਜਿਹੜਾ ਸਟਰੀਮਿੰਗ ਦੇ ਉੱਤੇ ਜਿਹੜੀਆਂ ਉਹ ਅਵੇਲੇਬਲ ਕਰਵਾ ਰਹੇ ਨੇ, ਤਾਂ ਜੋ ਐਟਲੀਸਟ ਜਿਹੜੇ 4 ਪੈਸੇ ਬਣਨੇ ਆ ਉਹਨਾਂ ਨੂੰ ਇਹਨਾਂ ਮੂਵੀਆਂ ਦੇ ਜ਼ਰੀਏ ਉਹ ਬਣ ਜਾਣ, ਕਿਉਂਕਿ ਸਾਰੀਆਂ ਮੂਵੀਆਂ ਵੀ ਅਗਲੇ ਸਾਲ ਦੇ ਵਿੱਚ ਜਾਂ ਹੋਰ ਅੱਗੇ ਪਾ ਕੇ ਉਹਨਾਂ ਦੇ ਲਈ ਵੀ ਕੋਈ ਬਹੁਤਾ ਉਹਨਾਂ ਨੂੰ ਫਾਇਦਾ ਜਿਹੜਾ ਉਹ ਨਹੀਂ ਹੁੰਦਾ, ਪਰ ਅਸਰ ਜਿਹੜਾ ਆ ਇਸ ਇੰਡਸਟਰੀ ਦੇ ਉੱਤੇ ਵੀ ਬਹੁਤ ਜ਼ਿਆਦਾ ਪੈ ਰਿਹਾ ਹੈਗਾ। ਸੋ ਬਿਲਕੁਲ, ਹੁਣ ਆਪਾਂ ਬ੍ਰੇਕ ਲੈਣੀ ਆ ਤੇ ਇੱਦੇ ਜੁੜੇ ਰਹੋ। ਬ੍ਰੇਕ ਤੋਂ ਬਾਅਦ ਅੱਜ IRS ਨੇ ਗਾਈਡਲਾਈਨ ਇਸ਼ੂ ਕੀਤੀਆਂ ਹੈਗੀਆਂ ਵੀ ਜਿਨ੍ਹਾਂ ਨੇ ਜਿਹੜੇ ਸੋਸ਼ਲ ਸਿਕਿਉਰਿਟੀ 'ਤੇ ਵੀ ਆ ਜਾਂ ਜਿਨ੍ਹਾਂ ਨੇ ਨਹੀਂ ਟੈਕਸ ਫਾਈਲ ਕੀਤਾ, ਉਹ ਕਿਸ ਤਰ੍ਹਾਂ ਉਹਨਾਂ ਨੂੰ $1200 ਮਿਲ ਸਕਦਾ, ਉਹ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਾਂਗੇ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਏ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ, ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲਸ ਬੁਲੇਵਾਰਡ ਰੋਜ਼ਵਿਲ। ਇਹਨਾਂ ਦੀ ਦੂਜੀ ਲੋਕੇਸ਼ਨ 1013 ਰੈਲਡ ਸਟਰੀਟ ਫਾਲਸਮ ਵਿੱਚ ਹੈ, ਜਿੱਥੋਂ ਤੁਸੀਂ ਬਫੇ ਵੀ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ 2482284580 248 228 4580। ਇਸ ਮੌਕੇ ਇਹਨਾਂ ਨੂੰ ਵੇਟਰ, ਹੈਲਪਰ ਅਤੇ ਮਠਿਆਈ ਬਣਾਉਣ ਵਾਲੇ ਦੀ ਜ਼ਰੂਰਤ ਹੈ। ਕਾਲ 2482284580। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ, ਜਿਨ੍ਹਾਂ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਭਗਵਾਨ ਨੇ ਅੱਜ ਮੈਂ ਬਹੁਤ ਖੁਸ਼ ਹਾਂ, ਮੇਰੀ ਹੋਈ ਆ ਪ੍ਰਮੋਸ਼ਨ ਤੇ ਅੱਜ ਆਪਾਂ ਚੱਲਾਂਗੇ ਬਹੁਤ ਹੀ ਸਵਾਦ ਤੇ ਵਧੀਆ ਜਿਹਾ ਪੀਜ਼ਾ ਖਾਣ ਦਾ ਓਰੀਜਨਲ ਸ਼ਿਕਾਗੋਜ਼ ਪੀਜ਼ਾ ਐਂਡ ਕਰੀ ਐਲਗਰੋ ਵਾਲਿਆਂ ਦੇ, ਜਿੱਥੇ ਜਾ ਕੇ ਖਾਵਾਂਗੇ ਵੈਜ ਨੌਨ ਵੈਜ ਪੀਜ਼ਾ। ਨਾਲੇ ਤੇਰੇ ਪਸੰਦ ਦੇ ਪਨੀਰ ਪਕੌੜੇ, ਟਿੱਕੀਆਂ ਤੇ ਛੋਲੇ ਭਟੂਰੇ ਵੀ ਮਿਲਦੇ ਆ। The original Chicago's Pizza and Curry, 9308 Elk Grove Boulevard, Suite 100 Elk Grove। ਪੀਜ਼ਾ ਬੈਠ ਕੇ ਵੀ ਖਾ ਸਕਦੇ ਹੋ ਅਤੇ ਟੇਕ ਆਊਟ ਵੀ ਕਰਵਾ ਸਕਦੇ ਹੋ ਅਤੇ ਇਹ ਪੀਜ਼ਾਸ ਡਿਲੀਵਰ ਵੀ ਕਰਦੇ ਹਨ, ਜਿੱਥੋਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਚਿਕਨ ਪੀਜ਼ਾ, ਦੇਸੀ ਸਟਾਈਲ ਮੀਟ ਪੀਜ਼ਾ, ਪਨੀਰ ਪੀਜ਼ਾ, ਵੈਜੀ ਪੀਜ਼ਾ ਤੇ ਨਾਨ ਪੀਜ਼ਾ। ਇਸ ਤੋਂ ਇਲਾਵਾ ਬ੍ਰੈਡ ਸਟਿਕਸ, ਵਿੰਗਸ, ਸੈਲਡ ਅਤੇ ਪਾਸਤਾ ਵੀ ਖਾ ਸਕਦੇ ਹੋ ਅਤੇ ਇਹ ਖੁੱਲੇ ਰਹਿੰਦੇ ਹਨ ਸੱਤੋ ਦਿਨ ਸਵੇਰੇ 11 ਵਜੇ ਤੋਂ ਰਾਤੀ 10 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 478 44 44 916 478 4444 ਅਤੇ ਇਹ ਸਾਰੇ ਇਵੈਂਟਸ ਦੇ ਲਈ ਕੇਟਰਿੰਗ ਵੀ ਕਰਦੇ ਹਨ। The original Chicago's Pizza and Curry, Elk Grove। ਸਰਦਾਰ ਜੀ, ਸੋਨਾ ਜਾਂ ਘਰ ਤਾਂ ਆਪਾਂ ਲੈ ਲਿਆ, ਤੇ ਘਰ ਦੇ ਵਿੱਚ ਰੱਖਣ ਲਈ ਸੋਨਾ ਜਾਂ ਫਰਨੀਚਰ ਕਿੱਥੋਂ ਮਿਲੂਗਾ? ਤੂੰ ਫਿਕਰ ਨਾ ਕਰ, ਮੈਨੂੰ ਪਤਾ ਆ ਵਧੀਆ ਫਰਨੀਚਰ ਤੇ ਵਧੀਆ ਡੀਲ ਕਿੰਨਾਂ ਤੋਂ ਮਿਲਣੀ ਆ। ਫਰਨੀਚਰ ਟਾਈਮ ਸੈਕਰਾਮੈਂਟੋ ਵਾਲਿਆਂ ਤੋਂ। ਮੇਰੇ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਤੋਂ ਹੀ ਫਰਨੀਚਰ ਲਿਆ ਆ। ਬਹੁਤ ਹੀ ਵਧੀਆ ਪ੍ਰੋਡਕਟ ਬੜੀ ਸੋਹਣੀ ਡੀਲ ਦੇ ਉੱਤੇ ਉਹਨਾਂ ਨੂੰ ਮਿਲਿਆ ਆ। 1 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਆ ਜਿਹੜਾ ਹਮੇਸ਼ਾ ਹੀ ਪੈਕਡ ਰਹਿੰਦਾ ਆ। ਬਹੁਤ ਹੀ ਗੁੱਡ ਪ੍ਰੋਡਕਟ ਨੇ, ਬਹੁਤ ਹੀ ਵਧੀਆ ਪ੍ਰਾਈਸ ਦੇ ਉੱਤੇ। ਇਸ ਟਾਈਮ ਵੱਡੀ ਸੇਲ ਚੱਲ ਰਹੀ ਆ ਤੇ ਗਾਰੰਟੀਡ ਗੁੱਡ ਡੀਲ ਦੇਣਗੇ। ਇਸ ਮੌਕੇ ਸੋਫਾ ਖਰੀਦਣ ਦੇ ਨਾਲ ਲਵ ਸੀਟ ਬਿਲਕੁਲ ਫ੍ਰੀ ਤੇ ਹੋਰ ਵੀ ਬਹੁਤ ਸਾਰੀਆਂ ਦਿਲਕਸ਼ ਡੀਲਸ ਚੱਲ ਰਹੀਆਂ ਹਨ। ਨਾਲੇ ਫਾਈਨੈਂਸ ਵੀ ਕਰਦੇ ਆ, 6 ਮਹੀਨੇ ਦਾ, 12 ਮਹੀਨੇ ਦਾ, 18 ਮਹੀਨੇ ਦਾ, ਉਹ ਵੀ 0 ਇੰਟਰਸਟ ਦੇ ਉੱਤੇ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ, ਸੈਕਰਾਮੈਂਟੋ। 9165500758 916 550 0758 ਤੇ ਇਹਨਾਂ ਦੀ ਬ੍ਰਾਂਚ ਯੂਬਾ ਸਿਟੀ ਵਿੱਚ ਵੀ ਆ। ਫਰਨੀਚਰ ਟਾਈਮ ਸੈਕਰਾਮੈਂਟੋ, 4717 ਮੈਡੀਸਨ ਐਵੇਨਿਊ, ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ। ਮੈਂ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ ਤਾਂ ਅੱਜ ਜਿਹੜੇ ਸਾਡੇ ਸੈਕਟਰੀ ਆਫ ਸਟੇਟ ਮਾਈਕ ਪੰਪੇਓ, ਉਹਨਾਂ ਨੇ ਵੈਨੇਜ਼ੁਏਲਾ ਨੂੰ ਲੈ ਕੇ ਇੱਕ ਨਵਾਂ ਫਰੇਮਵਰਕ ਪ੍ਰਪੋਜ਼ ਜਿਹੜਾ ਉਹ ਕੀਤਾ। ਜਿੱਦਾਂ ਆਪਾਂ ਜਾਣਦੇ ਹਾਂ ਵੀ ਵੈਨੇਜ਼ੁਏਲਾ ਦੇ ਵਿੱਚ ਜਿਹੜਾ ਮਡੂਰੋ ਆ, ਪਿਛਲੇ ਕਈ ਸਾਲਾਂ ਤੋਂ ਉੱਥੇ ਇੱਕ ਹਿਸਾਬ ਦੇ ਨਾਲ ਸੱਤਾ ਦੇ ਵਿੱਚ ਹੈਗਾ ਆ, ਉਸ ਨੂੰ ਓਵਰਥਰੋ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਸੀ। ਉਸ ਦੇ ਬਾਬਤ ਜਿਹੜੇ ਸੈਕਟਰੀ ਆਫ ਸਟੇਟ ਹੈਗੇ ਨੇ ਮਾਈਕ ਪੰਪੇਓ, ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੇ ਉੱਤੇ ਬਹੁਤ ਸਾਰੀਆਂ ਇਕਨੋਮਿਕ ਸੈਂਕਸ਼ਨ, ਰੋਕਾਂ ਜਿਹੜੀਆਂ ਉਹ ਲਾਉਣ ਜਾ ਰਹੇ ਆ ਤਾਂ ਜੋ ਮਡੂਰੋ ਦੇ ਉੱਤੇ ਦਬਾਅ ਪਵੇ ਤੇ ਉਹ ਸੱਤਾ ਤੋਂ ਲਾਂਭੇ ਹੋਵੇ ਤੇ ਕਿਸੇ ਹੋਰ ਨੂੰ ਉੱਥੇ ਆ ਕੇ ਜਿਹੜੇ ਉਸ ਮੁਲਕ ਨੂੰ ਅੱਗੇ ਲੈ ਕੇ ਜਾਣ ਦਾ ਮੌਕਾ ਮਿਲੇ।
ਵੈਨੇਜ਼ੁਏਲਾ ਦਾ ਜਿਹੜਾ ਓਆਨ ਗਾਇਡੋ ਆ ਉਸ ਨੂੰ ਖਾਸ ਕਰਕੇ ਅਮਰੀਕੀ ਤੇ ਉਸਦੇ ਐਲਾਈਜ਼ ਦੇ ਦੁਆਰਾ ਕਾਫੀ ਜ਼ਿਆਦਾ ਸਮਰਥਨ ਪ੍ਰਾਪਤ ਸੀਗਾ ਤੇ ਇਹਨਾਂ ਮੁਲਕਾਂ ਨੇ ਉਸ ਨੂੰ ਪ੍ਰੈਜ਼ੀਡੈਂਟ ਕਹਿਣਾ ਵੀ ਸ਼ੁਰੂ ਕਰ ਦਿੱਤਾ ਸੀਗਾ। ਪਰ ਇਸ ਚੀਜ਼ ਦੇ ਬਾਵਜੂਦ ਰਸ਼ੀਆ ਦੀ ਜਿਹੜੀ ਆ ਵੈਨੇਜ਼ੁਏਲਾ ਦੇ ਜਿਹੜਾ ਮਡੂਰੋ ਲੀਡਰ ਆ ਉਸ ਨੂੰ ਪੂਰਾ ਸਮਰਥਨ ਰਿਹਾ ਤੇ ਉਹ ਟਸ ਤੋਂ ਮਸ ਜਿਹੜਾ ਉਸ ਟਾਈਮ ਉੱਥੇ ਨਹੀਂ ਹੋਇਆ ਤੇ ਇਹਨਾਂ ਦੀ ਜਿਹੜੀ ਇਹ ਟਰਾਈ ਸੀ ਓਆਨ ਗਾਇਡੋ ਨੂੰ ਜਿਹੜਾ ਆ ਮੇਨ ਲੀਡਰ ਬਣਾਉਣ ਦੀ ਉਹ ਕਿਤੇ ਨਾ ਕਿਤੇ ਨਾਕਾਮਯਾਬ ਰਹੀ ਸੀ। ਸੋ ਹੁਣ ਕਹਿੰਦੇ ਵੀ ਅਸੀਂ ਇਕਨੋਮਿਕ ਸੈਂਕਸ਼ਨਸ ਜਿਹੜੀਆਂ ਆਰਥਿਕ ਰੋਕਾਂ ਜਿਹੜੀਆਂ ਆ ਵੈਨੇਜ਼ੁਏਲਾ ਦੇ ਉੱਤੇ ਹੋਰ ਕਰੜੀਆਂ ਜਿਹੜੀਆਂ ਉਹ ਕਰਨ ਜਾ ਰਹੇ ਹੈਗੇ ਆ ਤਾਂ ਜੋ ਇਹ ਜਿਹੜਾ ਕਿਤੇ ਨਾ ਕਿਤੇ ਸੱਤਾ ਤੋਂ ਇਸ ਨੂੰ ਲਾਂਭੇ ਹੋਣਾ ਪਵੇ ਤੇ ਜਾਂ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਹੈਗਾ ਆ ਉਹ ਉੱਥੇ ਮੁੜ ਬਹਾਲ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਜਿਹੜੇ ਕੁਝ ਦਿਨ ਪਹਿਲਾਂ ਦੀ ਖਬਰ ਇਹ ਵੀ ਸੀਗੀ ਸੈਕਟਰੀ ਜਿਹੜੀ ਸਟੇਟ ਡਿਪਾਰਟਮੈਂਟ ਦੇ ਦੁਆਰਾ ਕਹਿੰਦੇ ਵੀ ਈਰਾਨ ਦੀਆਂ ਜਿਹੜੀਆਂ ਗੱਲਾਂ ਆ ਵੀ ਸਾਨੂੰ ਕੋਵਿਡ-19 ਦੇ ਨਾਲ ਲੜਨ ਦੇ ਲਈ ਜਿਹੜੀਆਂ ਕੁਝ ਇਕਨੋਮਿਕ ਸੈਂਕਸ਼ਨਸ ਦੇ ਵਿੱਚ ਢਿੱਲਾਂ ਜਿਹੜੀਆਂ ਚਾਹੀਦੀਆਂ ਆ ਕਹਿੰਦੇ ਉੱਥੋਂ ਹੀ ਇਹ ਪਤਾ ਲੱਗਾ ਆ ਵੀ ਇਹ ਜਿਹੜੀਆਂ ਢਿੱਲਾਂ ਆ ਉਹਨਾਂ ਨੇ ਇਹ ਜਿਹੜੀਆਂ ਕਰੋਨਾ ਵਾਇਰਸ ਦੇ ਨਾਲ ਲੜਨ ਦੇ ਲਈ ਨਹੀਂ ਬਲਕਿ ਬਾਕੀ ਮੁਲਕਾਂ ਦੇ ਨਾਲ ਖਾਸ ਕਰਕੇ ਅਮਰੀਕਾ ਦੇ ਖਿਲਾਫ ਆਪਣੀ ਜਿਹੜੀ ਦੂਸ਼ਣਬਾਜ਼ੀ ਆ ਅਤੇ ਜਿਹੜੀ ਉਹ ਆਪਣੀ ਲੜਾਈ ਆ ਉਸ ਨੂੰ ਤੇਜ਼ ਕਰਨ ਦੇ ਲਈ ਜਿਹੜੀਆਂ ਉਹ ਵਰਤਣੀਆਂ ਸੀਗੀਆਂ। ਸੋ ਕਹਿੰਦੇ ਵੀ ਇਹਨਾਂ ਚੀਜ਼ਾਂ ਨੂੰ ਪਤਾ ਹੋਣ ਤੋਂ ਬਾਅਦ 'ਚ ਅਸੀਂ ਇਹ ਜਿਹੜੀਆਂ ਇਕਨੋਮਿਕ ਸੈਂਕਸ਼ਨ ਆ ਉਹਨਾਂ ਦੇ ਉੱਤੇ ਕਿਸੇ ਤਰੀਕੇ ਦੀ ਢਿੱਲ ਆ ਉਸ ਦੇ ਬਾਬਤ ਜਿਹੜੀ ਉਹ ਨਹੀਂ ਦੇਵਾਂਗੇ। ਸੋ ਬਾਕੀ ਕਰੋਨਾ ਵਾਇਰਸ ਨੂੰ ਲੈ ਕੇ ਕੁਝ ਪੋਜ਼ੀਟਿਵ ਖਬਰਾਂ ਵੀ ਇਟਲੀ ਤੋਂ ਆ ਰਹੀਆਂ। ਇਟਲੀ ਜਿਹੜੀ ਜਿੱਥੇ ਸਭ ਤੋਂ ਜ਼ਿਆਦਾ ਕੇਸ ਹੋਏ ਆ 86,000 ਤੋਂ ਵੱਧ 9,000 ਤੋਂ ਵੱਧ ਮੌਤਾਂ ਹੋ ਚੁੱਕੀਆਂ। ਕਹਿੰਦੇ ਉੱਥੇ 102 ਸਾਲਾਂ ਦੀ ਜਿਹੜੀ ਬਜ਼ੁਰਗ ਬੀਬੀ ਆ ਉਹ 20 ਦਿਨ ਹਸਪਤਾਲ ਰਹਿਣ ਤੋਂ ਬਾਅਦ ਬਿਲਕੁਲ ਠੀਕ ਠਾਕ ਆਪਣੇ ਘਰ ਪਹੁੰਚ ਗਈ ਆ। ਇਸੇ ਤਰ੍ਹਾਂ ਇੱਕ 101 ਸਾਲਾਂ ਦਾ ਓਲਡ ਜਿਹੜਾ ਬਜ਼ੁਰਗ ਆ ਕਹਿੰਦੇ ਵੀ ਉਸ ਟਾਈਮ 'ਤੇ ਉਹਦਾ ਜਨਮ ਹੋਇਆ ਸੀ ਜਦੋਂ ਪੂਰਾ ਜਿਹੜਾ ਆ ਸਪੈਨਿਸ਼ ਫਲੂ ਜਿਹੜਾ ਚੱਲ ਰਿਹਾ ਸੀ ਜਿਹੜਾ 1918 ਵਾਲਾ ਸੀ। ਉਸ ਟਾਈਮ ਕਹਿੰਦੇ ਇਟਲੀ ਦੇ ਵਿੱਚ ਇਕੱਲੇ ਇਟਲੀ 'ਚ 6 ਲੱਖ ਬੰਦਾ ਜਿਹੜਾ ਮਰਿਆ ਸੀ। ਆਲ ਓਵਰ ਦੀ ਵਰਲਡ ਤਾਂ 50 ਮਿਲੀਅਨ ਕਹਿੰਦੇ ਆ ਤੇ ਉਦੋਂ ਵੀ ਬਚ ਗਿਆ ਤੇ ਹੁਣ ਵੀ ਜਿਹੜੇ ਕਹਿੰਦੇ ਆ ਵੀ ਉਹ ਕਾਫੀ ਟਾਈਮ ਹਸਪਤਾਲ ਰਿਹਾ ਰਿਕਵਰ ਕਰ ਗਿਆ ਬਿਲਕੁਲ ਅੱਜ ਠੀਕ ਠਾਕ ਆਪਣੇ ਘਰ ਨੂੰ ਵਾਪਸ ਚਲਾ ਗਿਆ। ਸੋ ਬਿਲਕੁਲ ਉਮੀਦ ਹੈਗੀ ਆ। ਸੋ ਹੌਸਲਾ ਨਹੀਂ ਹਾਰਨਾ, ਚੜ੍ਹਦੀ ਕਲਾ 'ਚ ਰਹਿਣਾ। ਦੇਖੋ ਜੇ ਮਨ ਪੋਜ਼ਿਟਿਵ ਆ ਦਿਮਾਗ ਪੋਜ਼ਿਟਿਵ ਆ ਵੀ ਜੇ ਰੱਬ ਨਾ ਕਰੇ ਪਹਿਲਾਂ ਤਾਂ ਚਲੋ ਆਪਾਂ ਬਚਾਅ ਕਰਨਾ ਵੀ ਨਾ ਹੀ ਹੋਵੇ ਤੇ ਜੇ ਕਿਸੇ ਨੂੰ ਇਦਾਂ ਦੇ ਲੱਛਣ ਆਉਂਦੇ ਆ ਤੇ ਪੋਜ਼ਿਟਿਵ ਜਿਹੜਾ ਉਹ ਰਹਿਣਾ ਮਰੂ ਨਹੀਂ ਆਪਾਂ ਕਰਨਾ। ਆਪਾਂ ਕਹਿਣਾ ਵੀ ਕੋਈ ਨਹੀਂ ਵੀ ਕੈਨ ਫਾਈਟ ਦਿਸ ਵੀ ਜੇ ਇਦਾਂ 100 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਲੋਕ ਆ ਜੇ ਉਹ ਸਰਵਾਈਵ ਕਰ ਸਕਦੇ ਤੇ ਆਪਾਂ ਵੀ ਜਿਹੜਾ ਉਹ ਕਰ ਸਕਦੇ ਆ। ਸੋ ਪਰ ਇਹ ਆ ਵੀ ਆਪਾਂ ਜਿਹੜਾ ਬਚਾਅ ਜਿਹੜਾ ਇਸ ਚੀਜ਼ ਦੇ ਵਿੱਚ ਜ਼ਰੂਰ ਵੱਧ ਤੋਂ ਵੱਧ ਇਹ ਰੱਖਣਾ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਧਿਆਨ ਦਈਏ ਜੀ। ਬਾਕੀ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਕੇਸ ਆ ਉਹ ਕਾਫੀ ਵਾਧਾ ਹੋਇਆ ਹੈਗਾ ਕਰੋਨਾ ਵਾਇਰਸ ਨੂੰ ਲੈ ਕੇ ਕਿਉਂਕਿ ਆਪਾਂ ਕੈਲੀਫੋਰਨੀਆ ਸਟੂਡੀਓ ਸੋ ਕੈਲੀਫੋਰਨੀਆ ਦਾ ਵੀ ਆਪਾਂ ਦੱਸਣਾ ਹੈ। ਸੈਕਰਾਮੈਂਟੋ ਕਾਉਂਟੀ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਪਿਛਲੇ 5 ਦਿਨਾਂ 'ਚ ਡਬਲ ਹੋ ਗਏ ਆ ਤੇ ਇੱਕ ਜਿਹੜੀ ਆ ਉੱਥੇ ਮੌਤ ਵੀ ਜਿਹੜੀ ਰਿਪੋਰਟ ਕੀਤੀ ਗਈ ਹੈਗੀ ਆ। ਸੋ ਕਾਫੀ ਕੇਸ ਜਿਹੜੇ ਸੈਕਰਾਮੈਂਟੋ ਦੇ ਵਿੱਚ ਜਿਹੜੇ ਵਧੇ ਹੈਗੇ ਆ। ਪਲੇਸਰ ਕਾਉਂਟੀ 'ਚ 53 ਕੇਸ ਅਤੇ 2 ਮੌਤਾਂ ਹੋਈਆਂ ਹੈਗੀਆਂ। ਇਸੇ ਤਰ੍ਹਾਂ ਔਬਰਨ, ਗ੍ਰੇਨਟ ਵੇ, ਕਿੰਗਸ ਬੀਚ, ਲਿੰਕਨ, ਲੂਮੀਜ਼, ਮੀਡੋ, ਬਿਸਟਾ, ਨਿਊ ਕੈਸਲ, ਲੰਪਿਕ ਵੈਲੀ, ਰੌਕਲਿਨ, ਰੋਜ਼ਵਿਲ ਸਾਰੇ ਏਰੀਏ ਦੇ ਵਿੱਚ ਕੋਈ ਨਾ ਕੋਈ ਕੇਸ ਜਿਹੜਾ ਇਹ ਪਾਇਆ ਗਿਆ। ਪਲੇਸਰ ਕਾਉਂਟੀ, ਯੋਲੋ ਕਾਉਂਟੀ ਦੇ ਵਿੱਚ ਵੀ 13 ਕੇਸ ਆ। ਐਲਡਰਾਡੋ ਕਾਉਂਟੀ 'ਚ 9 ਹੈਗੇ ਆ। ਗਲੈਨ ਤੇ ਕਲੂਸਾ ਕਾਉਂਟੀ ਦੇ ਵਿੱਚ ਵੀ ਪਹਿਲਾ ਕੇਸ ਜਿਹੜਾ ਦੱਸਿਆ ਗਿਆ ਹੈਗਾ ਇਹ ਜਿਹੜਾ ਸੈਕਰਾਮੈਂਟੋ ਏਰੀਏ ਦੇ ਵਿੱਚ ਹੈਗਾ ਆ ਜੀ। ਤੇ ਬਿਲਕੁਲ ਸੋ ਓਵਰਆਲ ਕੈਲੀਫੋਰਨੀਆ 'ਚ 7429 ਜਿਹੜੇ ਕੇਸ ਆ ਉਹ ਦੱਸੇ ਜਾ ਰਹੇ। ਆਂਕੜਾ ਜਿਹੜਾ ਆ ਉਹ ਅਜੇ ਵੀ ਜਿਹੜਾ ਉਹ ਵੱਧ ਰਿਹਾ ਆ। 150 ਦੇ ਤਕਰੀਬਨ ਜਿਹੜੀਆਂ ਮੌਤਾਂ ਆ ਇਸ ਦੇ ਕਰਕੇ ਹੋ ਚੁੱਕੀਆਂ ਆ। ਸੋ ਜੇ ਆਪਾਂ ਦੱਸਦੇ ਜੀ ਹਰਜੋਤ ਸਿੰਘ ਜੀ ਜਿਹੜੀ ਸਨੋਮਾ ਕਾਉਂਟੀ ਆ 73 ਕਨਫਰਮਡ ਕੇਸ ਆ, 1 ਮੌਤ ਉਸਦੀ ਹੋਈ ਆ। ਮਰੀਨ ਕਾਉਂਟੀ 'ਚ 99 ਕੇਸ, 4 ਮੌਤਾਂ ਜਿਹੜੀਆਂ ਹੋਈਆਂ ਨੇ। ਨਾਪਾ 'ਚ 14 ਜਿਹੜੇ ਕੇਸ ਨੇ। ਯੋਲੋ 'ਚ 24 ਇਨਫੈਕਟ ਕੇਸ ਨੇ ਤੇ 1 ਮੌਤ ਜਿਹੜੀ ਉਹ ਦੱਸੀ ਗਈ ਆ। ਸਟਰ ਕਾਉਂਟੀ 'ਚ 9 ਕੇਸ ਹੋਏ ਨੇ। ਯੂਬਾ ਕਾਉਂਟੀ 'ਚ 6 ਕੇਸ ਹੋਏ ਨੇ। ਪਲੇਸਰ 'ਚ 57, ਸੈਕਰਾਮੈਂਟੋ 'ਚ 224 ਕੇਸ ਨੇ। 7 ਮੌਤਾਂ ਜਿਹੜੀਆਂ ਉਸ ਦੇ ਵਿੱਚ ਹੋਈਆਂ ਨੇ। ਸੋਲਾਨੋ ਕਾਉਂਟੀ 'ਚ 43 ਜਿਹੜੇ ਕੁੱਲ ਕੇਸ ਹੋਏ ਨੇ। ਕੰਟਰਾ ਕੋਸਟਾ ਕਾਉਂਟੀ 'ਚ 187 ਜਿਹੜੇ ਕੇਸ ਨੇ ਤੇ 3 ਜਿਹੜੀਆਂ ਮੌਤਾਂ ਨੇ। ਸੈਨ ਮਕੀਨ ਕਾਉਂਟੀ ਜਿਹੜੀ ਹੈ ਉਸ ਦੇ ਵਿੱਚ 136 ਕੇਸ ਨੇ, 6 ਮੌਤਾਂ ਹੋਈਆਂ ਨੇ। ਸੈਕਰਾਮੈਂਟੋ 224 ਕੇਸ ਤੇ ਉਹ ਆਲਰੇਡੀ ਆਪਾਂ ਦੱਸਿਆ। ਅਲਡਰਾਡੋ 'ਚ 15 ਕੇਸ ਨੇ। ਐਮਾਡੋਰ ਕਾਉਂਟੀ 'ਚ 2 ਕੇਸ ਜਿਹੜੇ ਉਹ ਸਾਹਮਣੇ ਆਏ ਨੇ। ਕੈਲਾਵਰਸ ਕਾਉਂਟੀ 'ਚ 3 ਕੇਸ ਸਾਹਮਣੇ ਆਏ ਨੇ।
ਮਰੀਨ ਕਾਉਂਟੀ 'ਚ 99 ਕੇਸ ਨੇ, ਸੈਨ ਫਰਾਂਸਿਸਕੋ ਕਾਉਂਟੀ 374 ਕੇਸ, 6 ਮੌਤਾਂ, ਸੈਨ ਮਟੇਓ ਜੀ ਕਾਉਂਟੀ ਇਹਨੂੰ ਦੇਖਦੇ ਹੋਏ ਨਾ ਰਾਜਕਨਵੀਰ ਸਿੰਘ ਜੀ, ਸੈਨ ਫਰਾਂਸਿਸਕੋ 'ਚ ਬਹੁਤ ਜ਼ਿਆਦਾ ਕੇਸ ਹੋਏ ਆ। ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਜਿੰਨੇ ਵੀ ਸਟੋਰ ਹੈਗੇ ਆ, ਗਰੋਸਰੀ ਸਟੋਰ ਜਿਹੜੇ 5000 ਸਕੁਅਰ ਫੁੱਟ ਤੋਂ ਥੱਲੇ ਆ, ਉਹ ਉੱਥੇ ਦੀ ਮੇਅਰ ਜਿਹੜੀ ਲੰਡਨ ਬਰੀਡ ਆ, ਉਹਨਾਂ ਨੇ ਸ਼ਾਮ ਨੂੰ 8 ਵਜੇ ਬੰਦ ਕਰਨ ਦਾ ਜਲਦੀ order ਬੰਦ ਕੀਤਾ ਕਰਨ ਦੇ ਹੈ। ਆਰਡਰ ਕੀਤੇ ਆ। ਸੋ ਆਈ ਡੋਨਟ ਨੋ ਉਹਦੇ ਨਾਲ ਕਿੰਨਾ ਕੁ ਜਿਹੜਾ ਉਹ ਅਸਰ ਹੋਊਗਾ, ਪਰ ਇਹ ਆ ਵੀ ਜਿਹੜਾ ਸਮਾਲ ਬਿਜ਼ਨਸ ਆ ਉਸ ਦੇ ਉੱਤੇ ਜ਼ਿਆਦਾ ਅਸਰ ਹੋਊਗਾ, ਕਿਉਂਕਿ ਜਿਹੜੇ ਵੱਡੇ ਸਟੋਰ ਆ 5000 ਸਕੁਅਰ ਫੁੱਟ ਤੋਂ ਉੱਤੇ ਆ ਉਹੀ ਉੱਥੇ ਚੱਲਣਗੇ। ਸੈਨ ਮਟੇਓ ਕਾਉਂਟੀ 309 ਕੇਸ, 6 ਮੌਤਾਂ ਜਿਹੜੀਆਂ ਉਸ ਦੇ ਵਿੱਚ ਹੋਈਆਂ। ਅਲਾਮੀਡਾ ਕਾਉਂਟੀ 'ਚ 283 ਕੇਸ, 7 ਮੌਤਾਂ। ਸਭ ਤੋਂ ਜ਼ਿਆਦਾ ਕੈਲੀਫੋਰਨੀਆ ਦੇ ਵਿੱਚ ਜਿਹੜੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ 848 ਜਿਹੜੇ ਖਾਸ ਕਰਕੇ ਨਰਦਰਨ ਕੈਲੀਫੋਰਨੀਆ ਦੀ ਆਪਾਂ ਗੱਲ ਕਰੀਏ 848 ਕੇਸ ਨੇ ਤੇ 28 ਮੌਤਾਂ ਜਿਹੜੀਆਂ ਹੋਈਆਂ ਨੇ। ਸੈਂਟਾ ਕਰੂਜ਼ ਕਾਉਂਟੀ 'ਚ 45 ਕੇਸ, ਇੱਕ ਜਿਹੜੀ ਉੱਥੇ ਮੌਤ ਆਈ ਹੈ। ਸਟੈਨੀਸਲੌਸ ਕਾਉਂਟੀ ਦੇ ਵਿੱਚ 33 ਕੇਸ ਜਿਹੜੇ ਉਹ ਕੁੱਲ ਹੋਏ ਨੇ। ਮਰਸਡ ਕਾਉਂਟੀ 'ਚ 10 ਕੇਸ ਜਿਹੜੇ ਉਹ ਸਾਹਮਣੇ ਆਏ ਨੇ। ਸੈਨ ਬਨੀਟੋ ਕਾਉਂਟੀ 'ਚ 17 ਕੇਸ, ਇੱਕ ਮੌਤ ਹੋਈ ਹੈ। ਮੋਨਰੇ ਕਾਉਂਟੀ 'ਚ 40 ਕੇਸ, ਇੱਕ ਮੌਤ ਹੋਈ ਹੈ। ਫਰੈਜ਼ਨੋ ਕਾਉਂਟੀ 'ਚ 53 ਕੇਸ ਜਿਹੜੇ ਉਹ ਦੱਸੇ ਜਾ ਰਹੇ ਨੇ। ਮਡੇਰਾ ਕਾਉਂਟੀ 'ਚ 21 ਕੇਸ ਹੋਏ ਨੇ ਤੇ ਇੱਕ ਜਿਹੜੀ ਉਹ ਮੌਤ ਹੋਈ ਹੈ। ਕਿੰਗਸ ਕਾਉਂਟੀ 'ਚ 2 ਕੇਸ ਆਏ ਨੇ। ਟੋਲੈਰੀ ਕਾਉਂਟੀ 'ਚ 43 ਕੇਸ, ਇੱਕ ਮੌਤ ਨੇ। ਕਰਨ ਕਾਉਂਟੀ ਜਿੱਥੇ ਬੇਕਰਫੀਲਡ ਵਾਲਾ ਇਲਾਕਾ ਪੈਂਦਾ 76 ਕੇਸ, ਇੱਕ ਜਿਹੜੀ ਮੌਤ ਦੱਸੀ ਗਈ ਹੈ। ਸੈਨ ਲੂਇਸ ਓਬਿਸਪੋ 77 ਕੇਸ ਨੇ। ਸੈਂਟਾ ਬਾਰਬਰਾ 'ਚ 88 ਕੇਸ ਨੇ। ਵੈਂਚੂਰਾ 'ਚ ਵਿੱਚ 126 ਕੇਸ ਨੇ ਤੇ ਜਿਹੜੀਆਂ 4 ਮੌਤਾਂ ਨੇ। ਤੇ ਸਭ ਤੋਂ ਵੱਧ ਕੇਸ ਲਾਸ ਐਂਜਲਸ ਕਾਉਂਟੀ ਦੇ ਵਿੱਚ ਆਏ ਆ, 2505 ਕੇਸ ਨੇ। 44 ਮੌਤਾਂ ਜਿਹੜੀਆਂ ਆ ਉਹ ਉੱਥੇ ਹੋਈਆਂ ਨੇ। ਔਰੇਂਜ ਕਾਉਂਟੀ 'ਚ 464 ਜਿਹੜੇ ਕੇਸ ਨੇ, 4 ਮੌਤਾਂ ਹੋਈਆਂ ਨੇ। ਰਿਵਰ ਸਾਈਡ ਦੇ ਵਿੱਚ 291 ਕੇਸ, 9 ਮੌਤਾਂ ਦੀ ਖਬਰ ਆ। ਸੈਨ ਬਰਨਾਰਡੀਨੋ ਕਾਉਂਟੀ 'ਚ 111 ਕੇਸ, 3 ਮੌਤਾਂ ਨੇ। ਸੈਨ ਡਿਏਗੋ ਕਾਉਂਟੀ ਦੇ ਵਿੱਚ 603 ਕੇਸ ਤੇ 7 ਮੌਤਾਂ ਨੇ। ਤੇ ਇੰਪੀਰੀਅਲ ਕਾਉਂਟੀ ਦੇ ਵਿੱਚ ਜਿਹੜੀਆਂ 33 ਕੇਸਾਂ ਨੇ। ਆਈ ਥਿੰਕ ਸ਼ਾਇਦ ਬਹੁਤ ਹੀ ਘੱਟ ਜਿਹੜੇ ਆ ਉਹ ਜਿਹੜੀਆਂ ਕਾਉਂਟੀਆਂ ਬਚੀਆਂ ਨੇ ਜਿੱਥੇ ਜਿਹੜੇ ਕੇਸ ਆ ਉਹ ਨਹੀਂ ਹੈਗੇ। ਤਕਰੀਬਨ ਸਾਰੀਆਂ ਹੀ ਕਾਉਂਟੀਜ਼ ਦੇ ਵਿੱਚ ਕੇਸ ਜਿਹੜੇ ਹੈਗੇ ਨੇ। ਮੋਨੋ ਕਾਉਂਟੀ 'ਚ ਵੀ 13 ਕੇਸ ਹੈਗੇ ਨੇ। ਇਨੀਓ ਕਾਉਂਟੀ 'ਚ 8 ਕੇਸ ਜਿਹੜੇ ਉਹ ਹੈਗੇ ਨੇ। ਸੋ ਇਸ ਤਰੀਕੇ ਦੇ ਨਾਲ ਤਕਰੀਬਨ ਸਾਰੀਆਂ ਹੀ ਕਾਉਂਟੀਆਂ ਦੇ ਵਿੱਚੋਂ ਇਹ ਕੇਸ ਜਿਹੜੇ ਕੈਲੀਫੋਰਨੀਆ ਦੇ ਵਿੱਚ ਵੀ ਸਾਹਮਣੇ ਹੈਗੇ ਨੇ। ਪਰ ਚਲੋ ਵੀ ਬਚਾਅ ਦੇ ਵਿੱਚ ਬਚਾਅ ਆਪਾਂ ਨੂੰ ਰੱਖਣਾ ਚਾਹੀਦਾ। ਜਿਨ੍ਹਾਂ ਇਲਾਕਿਆਂ ਦੇ ਵਿੱਚ ਥੋੜ੍ਹੇ ਦੂਰ ਦੂਰ ਰਹਿੰਦੇ ਨੇ ਲੋਕ, ਉਹਨਾਂ ਦੇ ਬਚਾਅ ਦੇ ਜ਼ਿਆਦਾ ਚਾਂਸ ਹੈਗੇ ਨੇ। ਜਿਹੜੇ ਕਿ ਖਾਸ ਕਰਕੇ ਭੀੜ ਭੜਾਕੇ ਵਾਲੇ ਇਲਾਕੇ ਦੇ ਵਿੱਚ, ਸੰਘਣੀ ਵਸੋਂ ਵਾਲੇ ਇਲਾਕੇ ਦੇ ਵਿੱਚ ਹੈਗੇ ਆ ਉਹਦੇ ਨਾਲੋਂ। ਜੀ ਸੋ ਬਿਲਕੁਲ ਸਾਡੇ ਸਰੋਤੇ ਪੁੱਛਦੇ ਆ ਵੀ ਪ੍ਰੈਜ਼ੀਡੈਂਟ ਟਰੰਪ ਪੂਰਾ ਲਾਕਡਾਊਨ ਕਿਉਂ ਨਹੀਂ ਕਰਦਾ। ਸਭ ਤੋਂ ਪਹਿਲਾਂ ਕੈਲੀਫੋਰਨੀਆ ਸਟੇਟ ਨੇ ਲਾਕਡਾਊਨ ਕੀਤਾ ਸੀ ਜਦੋਂ ਪ੍ਰੈਜ਼ੀਡੈਂਟ ਕਹਿੰਦਾ ਸੀ ਨਹੀਂ ਕਰਨਾ, ਪਰ ਪਿਛਲੇ ਦਿਨਾਂ 'ਚ ਉਹਨਾਂ ਨੇ ਕਿਹਾ ਸੀ ਵੀ ਅਸੀਂ ਨਿਊਯਾਰਕ, ਕਨੈਟੀਕਟ ਅਤੇ ਕੁਛ ਏਰੀਆ ਨਿਊ ਜਰਸੀ ਦੇ ਕੁਆਰੰਟਾਈਨ ਕਰਨੇ ਆ। ਫਿਰ ਉੱਥੇ ਦੇ ਗਵਰਨਰ ਜਿਹੜੇ ਆ ਉਹਨਾਂ ਨੇ ਕਹਿੰਦੇ ਵੀ ਨਹੀਂ ਤੁਸੀਂ ਨਹੀਂ ਕਰ ਸਕਦੇ। ਸੋ ਜਿਹੜੀਆਂ ਸਟੇਟਸ ਆ ਉਹਨਾਂ ਦੇ ਕੋਲ ਵੀ ਬਹੁਤ ਜ਼ਿਆਦਾ ਪਾਵਰ ਆ। ਸੋ ਪ੍ਰੈਜ਼ੀਡੈਂਟ ਉਹਨਾਂ ਨੂੰ ਪੁਸ਼ ਨਹੀਂ ਕਰ ਸਕਦਾ। ਹਰ ਇੱਕ ਸਟੇਟ ਜਿਹੜੀ ਆ ਉਹ ਆਪਣਾ ਆਪਣਾ ਏਰੀਆ ਦੇਖ ਕੇ, ਜਿਹੜਾ ਹੁਣ ਜਿਹੜੀ ਕਈ ਸਟੇਟਾਂ ਪਿੱਛੇ ਸੀਆਂ ਜਿੱਦਾਂ ਲੂਜ਼ੀਆਨਾ ਵਗੈਰਾ, ਹੁਣ ਉਹ ਉਸ ਹਿਸਾਬ ਦੇ ਨਾਲ ਜਿਹੜਾ ਲਾਕਡਾਊਨ ਕਰ ਰਿਹਾ। ਸਭ ਤੋਂ ਪਹਿਲਾਂ ਕੇਸ ਵਾਸ਼ਿੰਗਟਨ 'ਚ ਹੋਏ ਸੀ, ਉਹਨਾਂ ਨੇ ਲਾਕਡਾਊਨ ਹਜੇ ਪਿਛਲੇ ਵੀਕੇ ਕੀਤਾ, ਪਰ ਸਾਡੀ ਸਟੇਟ ਨੇ ਕਾਫੀ ਪਹਿਲਾਂ ਕਰਤਾ ਸੀ। ਸੋ ਇੱਥੇ ਜਿਹੜੀ ਲੋਕਲ ਗਵਰਨਮੈਂਟ ਤੱਕ ਪਾਵਰ ਬਹੁਤ ਹੈਗੀ ਆ। ਤੇ ਹੁਣ ਆਪਾਂ ਰਾਜਕਨਵੀਰ ਸਿੰਘ ਜੀ ਗੱਲ ਕਰਨੀ ਹੈਗੀ ਸਟਿਮੂਲਸ ਪੈਕੇਜ। ਸਾਨੂੰ ਬਹੁਤ ਸਾਰੇ ਕੁਐਸਚਨ ਆਉਂਦੇ, ਪਲੀਜ਼ ਬਾਰ-ਬਾਰ ਫਿਰ ਕਾਲ ਕਰਕੇ ਵੀ ਸਾਡੇ ਸਰੋਤੇ ਪੁੱਛਦੇ ਆ। ਕਲੀਅਰ ਕਰ ਦਈਏ ਵੀ ਜਿਹੜੇ ਬੰਦੇ ਦੀ ਇਨਕਮ ਸਿੰਗਲ ਦੀ 75,000 ਤੋਂ ਥੱਲੇ ਆ ਉਹਨੂੰ $1,200 ਆਉਣਾ ਹੈਗਾ। ਜੇ ਹਸਬੈਂਡ ਵਾਈਫ ਦੀ 1.5 ਲੱਖ ਆ, ਦੋਨਾਂ ਨੂੰ 1,200 ਆਉਣਾ ਤੇ ਬੱਚਿਆਂ ਨੂੰ 500। ਤੇ ਹਰ ਇੱਕ ਬੰਦੇ ਦਾ ਟੈਕਸ ਫਾਈਲ ਹੋਣਾ ਜ਼ਰੂਰੀ ਆ, ਚਾਹੇ 2018 'ਚ ਹੋਇਆ ਹੋਵੇ ਚਾਹੇ 2019 'ਚ ਹੋਇਆ ਹੋਵੇ। ਜੀ ਸੋ ਇਸ ਦੇ ਵਿੱਚ ਜਿਹੜਾ ਆਪਾਂ ਦੱਸਦੇ ਜਾਈਏ, ਹਾਲ ਦੀ ਘੜੀ ਜਿਨ੍ਹਾਂ ਨੇ ਟੈਕਸ ਫਾਈਲ ਕੀਤਾ ਆ, ਕੋਈ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈਗੀ। ਉਹਨਾਂ ਦੇ ਕੋਲ ਤੁਹਾਡੀ ਇਨਫੋਰਮੇਸ਼ਨ IRS ਦੇ ਕੋਲ ਮੌਜੂਦ ਹੈਗੀ ਆ। ਉਹਨਾਂ ਨੇ ਉਹ ਸਾਰੀ ਇਨਫੋਰਮੇਸ਼ਨ ਨੂੰ ਯੂਜ਼ ਕਰਦੇ ਹੋਏ ਤੁਹਾਨੂੰ ਜਿਹੜੀ ਆ ਉਹ ਸਟਿਮੂਲਸ ਪੈਕੇਜ ਜਿਹੜਾ ਘੱਲ ਦੇਣਾ। 3 ਹਫ਼ਤੇ ਦਾ ਸਮਾਂ ਇਸ ਦੇ ਵਿੱਚ ਲੱਗ ਸਕਦਾ ਆ। ਨੋ ਡਾਊਟ ਉਹ ਸਮਾਲ ਬਿਜ਼ਨਸ ਨੂੰ 3 ਦਿਨਾਂ ਦੇ ਵਿੱਚ $10,000 ਦਾ ਗ੍ਰਾਂਟ ਜਿਹੜਾ ਉਹ ਦੇਣ ਦੇ ਲਈ ਜਿਹੜੇ ਉਹ ਟਰਾਈ ਕਰ ਰਹੇ ਆ। ਪਰ ਜਿੰਨਾ ਸਾਰਿਆਂ ਦੇ ਜ਼ਰੀਏ ਵੀ ਸਾਰਾ ਕੁਝ ਹੈਗਾ ਆ, ਕਿਉਂਕਿ ਇੰਨੇ ਮਿਲੀਅਨ ਲੋਕਾਂ ਤੱਕ ਇਹ ਪਹੁੰਚਾਉਣਾ ਹੈ। ਸੋ ਉਸ ਨੂੰ ਸਾਰਾ ਕੁਝ ਸੈਟਅਪ ਕਰਦਿਆਂ ਟਾਈਮ ਜਿਹੜਾ ਉਹ ਲੱਗ ਸਕਦਾ। 3 ਹਫ਼ਤੇ ਤੱਕ ਜਿਹੜਾ ਉਹਨਾਂ ਨੇ ਕਿਹਾ ਵੀ ਤੁਹਾਨੂੰ ਇਹ ਡਾਲਰ ਮਿਲ ਸਕਦੇ ਆ। ਜਿਨ੍ਹਾਂ ਨੇ ਤਾਂ ਡਾਇਰੈਕਟ ਡਿਪੋਜ਼ਿਟ ਦੇ ਫਾਰਮ ਪਹਿਲੋਂ ਹੀ ਜਿਹੜੇ ਉਹ ਦਿੱਤੇ ਹੋਏ ਸੀਗੇ, ਆਪਣੇ ਜਦੋਂ ਟੈਕਸ ਫਾਈਲ ਕੀਤਾ ਸੀਗਾ, ਸਿੱਧਾ ਬੈਂਕ ਅਕਾਊਂਟਸ ਜਿਹੜੇ ਦਿੱਤੇ ਸੀਗੇ, ਜਿਹੜਾ ਰਿਟਰਨ ਆਉਂਦਾ ਸੀ ਉਹਨਾਂ ਨੂੰ ਉਹਨਾਂ ਬੈਂਕ ਅਕਾਊਂਟਸ ਦੇ ਵਿੱਚ ਜਿਹੜਾ ਆ ਜਾਊਗਾ। ਜਿਨ੍ਹਾਂ ਨੇ ਚੈੱਕ ਲੈਂਦੇ ਸੀਗੇ
ਉਹ ਉਹਨਾਂ ਦੇ ਲਈ ਕਹਿੰਦੇ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਵੈਬਸਾਈਟ ਤਿਆਰ ਕਰਨ ਜਾ ਰਹੇ ਹਾਂ, ਜਿਨ੍ਹਾਂ ਵਿੱਚ ਉਹਨਾਂ ਲੋਕਾਂ ਨੂੰ ਆਖਿਆ ਜਾਊਗਾ ਵੀ ਤੁਸੀਂ ਆਪਣੇ ਬੈਂਕ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਉੱਥੇ ਸਾਨੂੰ ਭਰ ਦਿਓ, ਤਾਂ ਜੋ ਅਸੀਂ ਫਿਰ ਤੁਹਾਨੂੰ ਡਾਇਰੈਕਟ ਜਿਹੜੇ ਉੱਥੇ ਚੈੱਕ ਆ ਉਹ ਘੱਲ ਜੀ। ਸੋ ਦਈਏ। ਬਿਲਕੁਲ ਮੈਨੂੰ ਨਹੀਂ ਲੱਗਦਾ ਉਹ ਚੈੱਕ ਕਿਸੇ ਨੂੰ ਮੇਲ ਕਰੂਗੇ। ਜਿਹੜੀ ਹੁਣ ਅੱਜ IRS ਨੇ ਗਾਈਡਲਾਈਨ ਇਸ਼ੂ ਕੀਤੀ ਆ, ਉਹ ਕਹਿੰਦੇ ਵੀ ਜਿੰਨੇ ਵੀ ਲੋ ਇਨਕਮ ਵਾਲੇ ਲੋਕ ਸੀ, ਜਿਹੜੇ ਹੈਗੇ ਆ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਮਿਲਦੀ ਆ ਜਾਂ ਡਿਸੇਬਿਲਿਟੀ ਮਿਲਦੀ ਹੈਗੀ ਆ, ਸੀਨੀਅਰ ਸਿਟੀਜ਼ਨ, ਕਈ ਉਹ ਟੈਕਸ ਨਹੀਂ ਫਾਈਲ ਕਰਦੇ ਕਿਉਂਕਿ ਇਨਕਮ ਹੀ ਹੈ ਨਹੀਂ। ਸੋ ਉਹਨਾਂ ਨੂੰ ਇੱਕ ਸਿੰਪਲ ਫਾਰਮ ਟੈਕਸ ਜਿਹੜਾ ਹੈ ਉਹ ਫਾਈਲ ਕਰਨਾ ਪਊਗਾ। ਉਹ ਵੀ ਉਹਨਾਂ ਨੇ ਹੁਣ 1-2 ਦਿਨਾਂ 'ਚ ਦੱਸ ਦੇਣਗੇ। ਔਨਲਾਈਨ ਜਾ ਕੇ ਤੁਸੀਂ ਉਹ ਅਪਲਾਈ ਕਰ ਸਕਦੇ ਹੈਗੇ ਆ, ਅਤੇ ਜਦੋਂ ਉਹ ਫਾਰਮ ਫਾਈਲ ਹੋ ਗਿਆ ਉਹਦੇ ਨਾਲ ਉਹਨਾਂ ਕੋਲ ਸਾਰੀ ਤੁਹਾਡੀ ਸੋਸ਼ਲ ਸਿਕਿਉਰਿਟੀ, ਐਡਰੈਸ, ਚੈਕਿੰਗ ਦੀ ਅਕਾਊਂਟ, ਰਾਊਟਿੰਗ ਤੇ ਅਕਾਊਂਟ ਨੰਬਰ ਜਿਹੜੀ ਆ ਜਾਊਗੀ। ਸੋ ਜਿਹੜੇ ਲੋਕਾਂ ਦੀ ਇਨਫੋਰਮੇਸ਼ਨ ਉਹਨਾਂ ਕੋਲ ਹੈ ਨਹੀਂ, ਉਹਦੇ ਲਈ ਵੀ ਉਹ ਇੱਕ ਵੈਬਸਾਈਟ ਦੇ ਸੈਟਅਪ ਕਰਨ ਜਾ ਰਹੇ ਹੈਗੇ ਆ। ਉਸ ਵੈਬਸਾਈਟ 'ਤੇ ਜਾ ਕੇ, ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਵੀ ਤੁਸੀਂ ਆਪਣੀ ਜਿਹੜੀ ਆ ਸੋਸ਼ਲ ਸਿਕਿਉਰਿਟੀ, ਨਾਮ, ਐਡਰੈਸ ਅਤੇ ਤੁਹਾਡੀ ਚੈਕਿੰਗ ਅਤੇ ਰਾਊਟਿੰਗ ਨੰਬਰ ਇਨਫੋਰਮੇਸ਼ਨ ਭਰ ਦੂੰਗੇ ਅਤੇ ਤੁਹਾਡੀ ਬੈਂਕ ਦੇ ਵਿੱਚ 3 ਵੀਕਾਂ ਦੇ ਵਿੱਚ ਉਹ ਜਿਹੜਾ ਚੈੱਕ ਚਲੇ ਜਾਊਗਾ। ਸੋ ਪਲੀਜ਼ ਜਿੰਨੇ ਸਾਡੇ ਸਰੋਤੇ ਸੁਣਦੇ, ਸੋ ਜਿਨ੍ਹਾਂ ਨੇ ਨਹੀਂ ਟੈਕਸ ਭਰਿਆ, ਟਰਾਈ ਕਰੋ ਜਲਦੀ ਤੋਂ ਜਲਦੀ ਆਪਣਾ ਟੈਕਸ ਭਰ ਦਿਓ। ਜਿਨ੍ਹਾਂ ਦਾ ਸਿੰਪਲ ਆ ਉਹ ਤਾਂ ਸਿੰਪਲੀ ਆਪਣੀ ਟੈਕਸ ਵਾਲੇ ਨਾਲ ਕਾਲ ਕਰਕੇ ਤੁਸੀਂ ਜਿਹੜੇ ਬਾਰ-ਬਾਰ ਪੁੱਛ ਲਏ ਸੀ ਨਾ ਵੀ ਜਿਹੜੇ ਸੋਸ਼ਲ ਸਿਕਿਉਰਿਟੀ ਵਾਲੇ ਉਹਨਾਂ ਨੂੰ ਕੀ ਮਿਲੂਗਾ, ਕੀ ਉਹ ਅਨਇੰਪਲੋਇਮੈਂਟ ਨਹੀਂ ਉਹ ਫਾਈਲ ਕਰ ਸਕਦੇ। ਉਹਨਾਂ ਨੂੰ ਸਟਿਮੂਲਸ ਪੈਕੇਜ ਦੇ ਅਧੀਨ ਜਿਹੜਾ $1200 ਤੱਕ ਦੀ ਸਹਾਇਤਾ ਮਿਲ ਸਕਦੀ ਆ, ਪਰ ਬਸ਼ਰਤੇ ਤੁਸੀਂ ਇੱਕ ਸਿੰਪਲ ਟੈਕਸ ਰਿਟਰਨ ਜਿਹੜਾ ਆਪਣਾ ਉਹ ਭਰਿਆ ਹੋਵੇ। ਜੋ ਕੁਝ ਵੀ ਤੁਹਾਨੂੰ ਜੇ 4 ਪੈਸੇ ਬਣੇ ਸੀ, ਨਹੀਂ ਬਣੇ ਸੀ, ਜੋ ਕੁਝ ਵੀ ਸੀਗਾ ਉਹ ਤੁਸੀਂ ਜਿਹੜਾ ਉਸ ਦੇ ਵਿੱਚ ਸ਼ੋਅ ਕਰਕੇ ਉਹ ਟੈਕਸ ਭਰਨਾ ਹੈ। ਅਤੇ ਕਹਿੰਦੇ ਅਸੀਂ ਜਲਦ ਹੀ ਉਹ ਜਿਹੜਾ ਫਾਰਮ ਸਿੰਪਲ ਟੈਕਸ ਰਿਟਰਨ ਆ ਉਹ ਪੇਸ਼ ਕਰਨ ਜਾ ਰਹੇ ਹਾਂ। ਜੇ ਤੁਹਾਡਾ ਕੋਈ ਜਾਣਕਾਰ ਹੈਗਾ ਆ ਟੈਕਸ ਵਾਲਾ, ਉਹਦੇ ਕੋਲੋਂ ਵੀ ਤੁਸੀਂ ਜਿਹੜਾ ਉਹ ਪਤਾ ਕਰ ਸਕਦੇ ਹੋ। ਮੈਨੂੰ ਲੱਗਦਾ ਆਪ ਵੀ ਸ਼ਾਇਦ ਆਨਲਾਈਨ ਕਰ ਸਕਦੇ ਆ ਸਿੰਪਲੀ। ਪਰ ਗੱਲ ਇਹ ਨਾ ਹਰਜੋਤ ਸਿੰਘ ਜੀ, ਬਹੁਤ ਸਾਰੇ ਜਿਹੜੇ ਬਜ਼ੁਰਗ ਨੇ ਸੋਸ਼ਲ ਸਿਕਿਉਰਿਟੀ ਵਾਲੇ, ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿੱਦਾਂ ਜਿਹੜਾ ਉਹ ਕਰਨਾ ਹੈਗਾ। ਸੋ ਇਸ ਦੇ ਬਾਰੇ ਜਿਹੜੀ ਬਹੁਤੀ ਜਾਣਕਾਰੀ ਜੇ ਤੁਸੀਂ ਲੈਣੀ ਆ, irs.gov/coronavirus ਇਹ ਜਿਹੜੀ ਵੈਬਸਾਈਟ ਤੇ ਜਾ ਕੇ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਉੱਥੇ ਲਿਖਿਆ ਆ ਵੀ ਕੀ ਜਿਹੜਾ ਹੋਣਾ ਆ, ਕੀ ਜਿਹੜਾ ਉਹ ਕਰਨਾ, ਕੀ ਤੁਹਾਡੇ ਸਵਾਲ ਨੇ, ਕੀ ਉਸ ਦੇ ਵਿੱਚ ਤੁਹਾਡੇ ਜਵਾਬ ਨੇ, ਉਹ ਸਾਰਾ ਕੁਝ ਜਿਹੜਾ ਉਸ ਦੇ ਵਿੱਚ ਦੱਸਿਆ ਗਿਆ। ਬਿਲਕੁਲ ਇਸੇ ਕਰਕੇ ਉਹ ਕਰ ਰਿਹਾ ਵੀ ਕੋਈ ਹੇਰਾਫੇਰੀ ਨਾ ਹੋਵੇ, ਕੋਈ ਚੈੱਕ ਕਿਸੇ ਦਾ ਗਵਾਚ ਨਾ ਜਾਵੇ, ਕੋਈ ਜਿਹੜਾ ਕਿਸੇ ਤੋਂ ਜਮ੍ਹਾਂ ਨਾ ਕਰਾ ਦੇ। ਸੋ ਇਹ ਵੀ ਦੱਸਦੇ ਜਾਈਏ, ਜਿਹੜਾ ਇਹ ਪਹਿਲਾ ਸਟਿਮੂਲਸ ਪੈਕੇਜ ਹੈ ਨਾ $2 ਟ੍ਰਿਲੀਅਨ ਦਾ, ਇਹ ਤੋਂ ਬਾਅਦ ਕੱਲ੍ਹ ਜਿਹੜੇ ਹਾਊਸ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਨੇ ਕਿਹਾ ਵੀ ਅਸੀਂ ਸੈਕੰਡ ਸਟਿਮੂਲਸ ਪੈਕੇਜ ਦੇ ਉੱਤੇ ਵੀ ਵਰਕਆਊਟ ਕਰ ਰਹੇ ਹਾਂ। ਕਿਉਂਕਿ ਪਹਿਲਾਂ ਤਾਂ ਲੱਗਦਾ ਸੀ ਵੀ ਅਪ੍ਰੈਲ 12 ਨੂੰ ਜਿਹੜਾ ਆ US ਦੇ ਬਹੁਤ ਸਾਰੇ ਏਰੀਏ ਓਪਨ ਹੋ ਜਾਣਗੇ, ਪਰ ਹੁਣ ਉਹ 30 ਤੱਕ ਬੰਦ ਕਰਤੇ ਆ। ਪਰ ਹਜੇ ਵੀ ਕਈ ਜਗ੍ਹਾ ਆ ਰਹੀ ਆ ਵੀ ਹੋ ਸਕਦਾ ਹੋਰ ਐਕਸਟੈਂਡ ਹੋ ਜਾਏ। ਸੋ ਮੈਨੂੰ ਲੱਗਦਾ ਆ ਵੀ ਸੈਕੰਡ ਸਟਿਮੂਲਸ ਪੈਕੇਜ ਜਿਹੜਾ ਆ ਉਹ ਫਿਰ ਜਿਹੜੀ ਆ US ਗਵਰਨਮੈਂਟ ਕਰੇਗੀ, ਉਹਦੇ 'ਚ ਹੋ ਸਕਦਾ ਫਿਰ ਇੱਦਾਂ ਦੀ ਪੇਮੈਂਟ ਹੋਰ ਆਵੇ। ਸੋ ਇਹ ਜਿਹੜੀ ਆ $1200 ਵਾਲੀ ਜਿਹੜੀ ਗੱਲਬਾਤ ਆ ਉਹ ਆਪਾਂ ਸਾਰਿਆਂ ਲਈ ਸਾਂਝੀ ਕੀਤੀ ਹੈ ਜੀ। ਤੇ ਪ੍ਰਾਪਰਟੀ ਟੈਕਸ ਘਰਾਂ ਦਾ ਸਾਨੂੰ ਬਾਕੀ ਸੂਬਿਆਂ ਦਾ ਪਤਾ ਨਹੀਂ, ਪਰ ਕੈਲੀਫੋਰਨੀਆ ਦੇ ਵਿੱਚ ਉਸ ਦੇ ਡੇਟ ਦਾ ਕੋਈ ਡਿਲੇ ਨਹੀਂ ਆ। ਉਹ ਉਸੇ ਤਰੀਕ ਤੱਕ ਹੀ ਜਿਹੜਾ ਆ ਜਿਨ੍ਹਾਂ ਨੇ ਵੀ ਪ੍ਰਾਪਰਟੀ ਟੈਕਸ ਜਿਹੜਾ ਦੇਣਾ ਆ ਉਹ ਉਹਨਾਂ ਨੂੰ ਦੇਣਾ ਪਵੇਗਾ। ਬਾਕੀ ਇੱਕ ਚੀਜ਼ ਜਿਹੜੀ ਤੁਹਾਨੂੰ ਦੱਸਦੇ ਜਾਈਏ ਵੀ ਜਿਨ੍ਹਾਂ ਨੇ ਟੈਕਸ ਫਾਈਲ ਕਰਨਾ ਹੈ, ਉਸ ਦੇ ਲਈ ਅਖੀਰਲੀ ਤਰੀਕ IRS ਨੇ ਪੂਰੇ ਫੈਡਰਲ ਲੈਵਲ ਦੇ ਉੱਤੇ ਅੱਗੇ ਕੀਤੀ ਹੈ। 15 ਜੁਲਾਈ ਤੱਕ ਜਿਹੜੇ ਆ ਤੁਸੀਂ ਆਪਣਾ ਟੈਕਸ ਆ ਉਹ ਫਾਈਲ ਕਰ ਸਕਦੇ ਹੈਗੇ ਆ। ਪਰ ਇਹ ਹੁਣ ਇਨਸੈਂਟਿਵ ਹੈਗਾ ਲੋਕਾਂ ਦੇ ਲਈ ਵੀ ਸਟਿਮੂਲਸ ਪੈਕੇਜ ਜੇ ਲੈਣਾ ਹੈ ਤੇ ਜਲਦੀ ਜਿਹੜਾ ਉਹ ਟੈਕਸ ਫਾਈਲ ਵੀ ਜਿਹੜਾ ਉਹ ਕਰ ਸਕਦੇ ਹੈਗੇ ਨੇ। ਹਾਂ, ਪਰ ਇਹ ਪੇਮੈਂਟ ਲੇਟ ਦੇ ਸਕਦੇ ਹੈਗੇ ਆ ਜੀ ਜੁਲਾਈ 15 ਤੱਕ ਜੁਲਾਈ ਕੋਈ ਇੰਟਰਸਟ ਵਗੈਰਾ ਉਹਦੇ ਤੇ ਨਹੀਂ ਹੋਊਗਾ, ਕੋਈ ਫਾਈਨ ਵਗੈਰਾ ਜਿਹੜਾ ਉਸ ਦੇ ਉੱਤੇ ਉਹ ਨਹੀਂ ਹੋਊਗਾ। ਪਰ ਆਈ ਥਿੰਕ ਜਿਹੜਾ ਹਰਜੋਤ ਸਿੰਘ ਜੀ ਆਪਣੀ ਕਮਿਊਨਿਟੀ ਨੂੰ ਵੀ ਸਾਰਿਆਂ ਨੂੰ ਥੋੜਾ ਸਬਰ ਕਰਨ ਦੀ ਜ਼ਰੂਰਤ ਆ। $1200 ਪਿੱਛੇ, $2-3 ਹਜ਼ਾਰ ਡਾਲਰ ਪਿੱਛੇ ਸਾਰੇ ਜਾਣੇ ਇੱਦਾਂ ਜਿਹੜਾ ਉਹ ਨਾ ਕਰੋ ਵੀ ਜਿੱਦਾਂ ਆਪਣੇ ਕੋਲ ਕੁਝ ਹੈ ਨਹੀਂ ਆ। ਇਹ ਚੰਗਾ ਵੀ ਨਹੀਂ ਲੱਗਦਾ। ਜਿਹਦੀ ਜਿੰਨੀ ਬਣਦੀ ਹੋਈ ਆ ਉਹ IRS ਨੇ ਕਹਿੰਦੇ ਆਪਣੇ ਆਪ ਦੇਖ ਕੇ ਤੁਹਾਨੂੰ ਜਿਹੜਾ ਉਹ ਘੱਲ ਦੇਣਾ ਆ। ਐਵੇਂ ਇੰਨਾ ਜ਼ਿਆਦਾ ਆਪਾਂ ਨਾ ਕਰੀਏ, ਚੰਗਾ ਨਹੀਂ ਲੱਗਦਾ। ਸਾਰੇ ਜਾਣੇ ਕੀ ਸੋਚਣਗੇ ਵੀ ਕੀ ਗੱਲ ਹੋ ਗਈ। ਹਾਂ, ਨੋ ਡਾਊਟ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ, ਜਿਨ੍ਹਾਂ ਦਾ ਮਿਨੀਮਮ ਵੇਜ 'ਤੇ ਆ, ਹੈਂਡ ਟੂ ਮਾਊਥ ਚੱਲਦਾ ਆ, ਉਹਨਾਂ ਦੀਆਂ ਜੇ ਜੌਬਸ ਗਈਆਂ ਉਹਨਾਂ ਦੇ ਲਈ ਹੁਣ ਅਨਇੰਪਲੋਇਮੈਂਟ ਉਹਨਾਂ ਨੇ ਕੀਤੀ ਆ। ਸਾਰੀਆਂ ਸੁਵਿਧਾਵਾਂ ਤੁਹਾਨੂੰ ਦਿੱਤੀਆਂ ਆ। ਇੱਦਾਂ ਨਾ ਜਿਹੜਾ ਉਹ ਕਰੋ ਵੀ ਕੀ ਆ ਪੰਜਾਬ ਦੇ ਲੋਕਾਂ ਨੂੰ ਗਾਲਾਂ ਆਟਾ ਦਾਲ ਸਕੀਮ ਕਹਿਣ ਲੱਗੇ, ਗਾਲਾਂ ਕੱਢਣ ਲੱਗੇ। ਤੁਸੀਂ ਤਾਂ ਜਿਹੜਾ ਪਾਣੀ ਵੀ ਨਹੀਂ ਸੀ ਪੀਂਦੇ ਤੇ ਹੁਣ $1200 ਲਈ ਐ ਤਰਲੋ ਮੱਛੀ ਹੋਏ ਫਿਰਦੇ ਹੋ ਵੀ ਜਿੱਦਾਂ ਪਤਾ ਨਹੀਂ ਕੀ ਹੋ ਜਾਣਾ ਆ। ਸੋ ਕਿਰਪਾ ਕਰਕੇ ਇੱਦਾਂ ਜਿਹੜਾ ਉਹ ਨਾ ਆਖੋ, ਜਾਂ ਫਿਰ ਦੂਜਿਆਂ ਨੂੰ ਨਾ ਆਖਿਆ ਕਰੋ। ਤੇ ਜੇ ਆਪ ਉਹੀ ਚੀਜ਼ਾਂ ਕਰਨੀਆਂ ਤੇ ਫਿਰ ਦੂਜਿਆਂ ਨੂੰ ਨਾ ਆਖੋ। ਜੇ ਦੂਜਿਆਂ ਨੂੰ ਆਖਦੇ ਆ ਤੇ ਆਪ ਥੋੜਾ
ਜਿਹੜਾ ਕਹਿ ਲਓ ਵੀ ਜਾਗੋ, ਅਕਲ ਨੂੰ ਹੱਥ ਮਾਰੋ, ਇਹ ਚੰਗਾ ਨਹੀਂ ਲੱਗਦਾ। ਇਹ ਸਾਰੀਆਂ ਚੀਜ਼ਾਂ ਵੀ ਇਹ ਇਸ ਟਾਈਮ ਤਾਂ ਲੋਕਾਂ ਨੂੰ ਅਰਦਾਸ ਇਹ ਕਰਨੀ ਚਾਹੀਦੀ ਵੀ ਇਹ ਭਾਈ ਕਰੋਨਾ ਵਾਇਰਸ ਦੀ ਬਲਾ ਗਲੋਂ ਲੱਥੇ, ਕੰਮਕਾਰ ਠੀਕ ਹੋਣ, ਸਾਰਾ ਕੁਝ ਜਿਹੜਾ ਬੈਕ ਟੂ ਨਾਰਮਲ ਹੋਵੇ। ਆਪਾਂ ਇੱਦਾਂ ਕਈ ਲੋਕ ਜਿਹੜੇ ਉਹ ਕਰ ਰਹੇ ਨੇ ਵੀ ਬਸ ਵੀ ਹੁਣ ਜੇ ਡਾਲਰ ਨਾ ਮਿਲੇ ਤਾਂ ਸਾਡਾ ਪਤਾ ਨਹੀਂ ਜਿਹੜਾ ਉਹ ਕੀ ਹੋ ਜਾਣਾ, ਕੀ ਜਿਹੜਾ ਅਸੀਂ ਕਰ ਲਾਂਗੇ। ਚਲੋ ਅਸੀਂ ਹਰ ਇੱਕ ਜਣਾ ਇੱਕ ਤਰੀਕੇ ਦੇ ਨਾਲ ਨਹੀਂ, ਕਈਆਂ ਦੀਆਂ ਮਜਬੂਰੀਆਂ ਵੀ ਨੇ, ਸਾਰਾ ਕੁਝ ਹੈਗਾ ਆ, ਪਰ ਇਦਾਂ ਨਾ ਕਰੋ ਵੀ ਹੁਣ ਬਿਲਕੁਲ ਹੀ ਜਿਹੜਾ ਆਪਣਾ ਸਾਰ ਨਹੀਂ ਸਕਦਾ। ਇੱਕ ਦੂਜੇ ਤੋਂ ਹੁਣ ਮਦਦ ਲਓ, ਜਦੋਂ ਤੁਹਾਨੂੰ ਸਟਿਮੂਲਸ ਪੈਕੇਜ ਦੇ ਅਧੀਨ ਮਿਲ ਜਾਊਗਾ ਤੇ ਉਹਨਾਂ ਦੇ ਜਿਹੜੇ ਬਾਅਦ ਦੇ ਵਿੱਚ ਭਾਈ ਮੋੜ ਦਿਓ ਜਾਂ ਜੋ ਵੀ ਹੋਊਗਾ ਉਸ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਕਰੋ। ਇੰਨੇ ਥਾਵਾਂ ਦੇ ਉੱਤੇ ਫੂਡ ਪੈਂਟਰੀਜ਼, ਇੰਨਾ ਕੁਛ ਜਿਹੜਾ ਉਹ ਚੱਲ ਰਿਹਾ, ਜ਼ਰੂਰਤਮੰਦਾਂ ਦੇ ਲਈ ਸਾਰਾ ਕੁਛ ਜਿਹੜਾ ਉਹ ਕਰ ਰਹੇ ਆ। ਪੈਕਡ ਫੂਡ, ਹੌਟ ਮੀਲਸ ਤਕਰੀਬਨ ਸਾਰੇ ਸ਼ਹਿਰਾਂ ਦੇ ਵਿੱਚ ਤਿਆਰ ਆ। ਟਰੱਕਾਂ ਵਾਲਿਆਂ ਦੇ ਲਈ ਵੀ ਜਿਹੜਾ ਸਾਰਾ ਕੁਛ ਜਿਹੜਾ ਉਹ ਕਰੀ ਜਾਂਦੇ ਨੇ, ਜਿਹਦਾ ਜਿੰਨਾ ਸਰਦਾ ਆ। ਕਿਸੇ ਨੇ ਉਹਨਾਂ ਦੇ ਸਿਰ ਤੇ ਤਲਵਾਰ ਥੋੜੀ ਰੱਖੀ ਆ, ਮੋਢੇ ਤੇ ਬੰਦੂਕ ਥੋੜੀ ਰੱਖੀ ਆ ਸਿਰ ਤੇ ਵੀ ਨਹੀਂ ਜੀ ਤੁਸੀਂ ਕਰੋ ਹੀ ਕਰੋ, ਪਰ ਫਿਰ ਵੀ ਆਪਣੀ ਇਨਸਾਨੀਅਤ ਦੇ ਵਜੋਂ ਸਾਰੇ ਲੋਕ ਜਿਹੜੇ ਉਹ ਕਰੀ ਜਾ ਰਹੇ ਆ। ਸ਼ੁਕਰੀਆ ਅਦਾ ਕਰੋ, ਧੰਨਵਾਦ ਕਰੋ। ਜਿਨ੍ਹਾਂ ਦੀਆਂ ਜੌਬਾਂ ਹੈਗੀਆਂ ਉਹ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰੋ ਵੀ ਜੌਬਾਂ ਜਿਹੜੀਆਂ ਚੱਲਦੀਆਂ ਰਹਿਣ। ਜਿੱਦਾਂ ਦੇ ਹਾਲਾਤ ਆ ਰਹੇ ਨੇ ਇਹ ਜਿਹੜੇ ਮਾੜੇ ਹੋ ਸਕਦੇ ਨੇ। ਨਾਲੇ ਇਕੱਲਾ ਇਹ ਨਹੀਂ ਵੀ ਅਸੀਂ ਆਪਣਾ ਨਹੀਂ ਸੋਚਣਾ, ਪੂਰੇ ਮੁਲਕ ਦਾ ਸੋਚਣਾ। ਆਪਾਂ ਮੁਲਕ ਨੂੰ ਜਿਹੜਾ ਸਟਰੋਂਗ ਕਰਨਾ ਹੈਗਾ। ਸੋ ਇੱਕ ਸਰੋਤੇ ਸਾਡੇ ਸੀ ਜਿਹੜੇ ਉਹ ਕਹਿੰਦੇ ਆ ਵੀ ਕਨੈਟੀਕਟ ਦੇ ਵਿੱਚ ਜੇਲ੍ਹ ਦੇ ਵਿੱਚ ਜਿਹੜੇ ਆਈਸ ਵਾਲੇ ਬੰਦਿਆਂ ਨੂੰ ਛੱਡ ਨਹੀਂ ਰਹੇ। ਇਹ ਵੀ ਗੱਲ ਕਾਫੀ ਚੱਲ ਰਹੀ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ, ਕਿਉਂਕਿ ਬਹੁਤ ਸਾਰੀਆਂ ACLU ਹੋਰ ਜਿਹੜੇ ਹੈਗੇ ਆ ਉਹਨਾਂ ਨੇ ਰੌਲਾ ਪਾਉਣਾ ਹੁਣ ਸ਼ੁਰੂ ਕੀਤਾ ਆ ਵੀ ਜਿਹੜੇ ਤੁਸੀਂ ਅਰੈਸਟ ਕੀਤੇ ਹੋ ਜਿਹੜੇ ਬੰਦੇ ਹੈਗੇ ਅਨਡਾਕੂਮੈਂਟਡ, ਪਲੀਜ਼ ਉਹਨਾਂ ਨੂੰ ਤੁਸੀਂ ਛੱਡ ਦਿਓ, ਕਿਉਂਕਿ ਕੁਛ ਕੇਸਸ ਕਰੋਨਾ ਵਾਇਰਸ ਦੇ ਉੱਥੋਂ ਵੀ ਆਏ ਹੈਗੇ ਆ ਪਿੱਛੇ ਹੁਣ। ਕਿਉਂਕਿ ਜੇਲ੍ਹ ਦੇ ਵਿੱਚ ਈਵਨ ਕੈਲੀਫੋਰਨੀਆ ਦੇ ਗਵਰਨਰ ਨੇ ਤਾਂ ਕੁਛ ਜਿਹੜੇ ਕਾਫੀ ਹਾਈ ਲੈਵਲ ਦੇ ਕ੍ਰਿਮੀਨਲ ਆ ਉਹ ਵੀ ਕੁਛ ਜੇਲ੍ਹਾਂ 'ਚੋਂ ਛੱਡੇ ਹੈਗੇ ਆ। ਸੋ ਕਹਿੰਦੇ ਵੀ ਜੇ ਉਹ ਛੱਡ ਸਕਦੇ ਤੇ ਉਹਨਾਂ ਨੂੰ ਕਿਉਂ ਨਹੀਂ ਛੱਡ ਸਕਦੇ। ਸੋ ਉਹਦੇ 'ਤੇ ਵੀ ਗੱਲਬਾਤ ਚੱਲ ਰਹੀ, ਜੇ ਕੋਈ ਅਪਡੇਟ ਹੋਈ ਜ਼ਰੂਰ ਕਰਾਂਗੇ। ਪਰ ਇੱਕ ਵਾਰੀ ਫੇਰ ਜਾਂਦੇ ਆਪਾਂ ਪੂਰੀ ਦੁਨੀਆ ਦੇ ਲਈ ਅਰਦਾਸ ਕਰਨੀ, ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ। ਜਿੰਨੇ ਸਾਡੇ ਭੈਣ ਭਰਾ ਪੰਜਾਬੀ ਹੈਗੇ ਆ, ਕੋਈ ਗੁਰੂ ਘਰ 'ਚ, ਕੋਈ ਆਪਣੇ ਸਟੋਰ 'ਤੇ, ਕਿਤੇ ਵੀ ਜਿਹੜੀ ਆ ਕਿ ਇਨਸਾਨੀਅਤ ਦੀ ਜਿਹੜਾ ਸੇਵਾ ਕਰ ਰਿਹਾ, ਲੰਗਰ ਲਾ ਕੇ ਕਿਸੇ ਤਰ੍ਹਾਂ ਵੀ, ਉਹਨਾਂ ਦੀ ਵੀ ਚੜ੍ਹਦੀ ਕਲਾ ਦੀ ਜਿਹੜੀ ਅਰਦਾਸ ਕਰਨੀ ਆ। ਆਪਾਂ ਜਿਹੜਾ ਬੰਦਾ ਕੰਮ ਕਰਦਾ ਕੰਮ ਕਰੋ, ਜਿਹੜਾ ਲੇ ਆਫ ਹੋਇਆ ਜੇ ਤੁਸੀਂ ਸੇਵਾ ਕਰ ਸਕਦੇ ਆ ਸੇਵਾ ਕਰੋ, ਤੇ ਜੇ ਤੁਸੀਂ 50 ਸਾਲ ਤੋਂ ਉੱਪਰ ਆ ਤਾਂ ਘਰ ਬੈਠ ਕੇ ਰਹੋ, ਉਹ ਵੀ ਸਭ ਤੋਂ ਵੱਡੀ ਸੇਵਾ ਆ ਜੀ। ਬਿਲਕੁਲ। ਜੇ ਹਾਂਜੀ ਬਾਹਰ ਤੋਰਾ ਫੇਰਾ ਜਿਹੜਾ ਬਿਲਕੁਲ ਘਟਾਓ। ਇਹ ਨਾ ਹੋਵੇ ਵੀ ਹੁਣ ਜੇ ਕਹਿੰਦੇ ਵੀ ਸ਼ੈਲਟਰ ਇਨ ਪਲੇਸ ਆ ਤੇ ਹੁਣ ਰਿਸ਼ਤੇਦਾਰੀਆਂ ਭੁਗਤਾ ਲਈਏ, ਉਹ ਨਹੀਂ ਕਰਨਾ ਭਾਈ ਕੰਮ। ਸਾਰਾ ਕੁਝ ਜਿਹੜਾ ਉਹ ਬੰਦ ਜਿਹੜਾ ਕਿਤੇ ਨਾ ਕਿਤੇ ਰੱਖੋ, ਤਾਂ ਹੀ ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਵਾਇਰਸ ਦੇ ਪੈਰ ਨਹੀਂ ਆ, ਆਪਣੇ ਪੈਰ ਨੇ। ਰਾਈਡ ਆਪਾਂ ਦੇਣੀ ਆ ਵਾਇਰਸ ਨੂੰ, ਇੱਕ ਥਾਂ ਤੋਂ ਦੂਜੀ ਥਾਂ ਤੇ ਕਿਤੋਂ ਲੈ ਕੇ ਆਉਣਾ, ਆਪਾਂ ਲੈ ਕੇ ਆਉਣਾ ਆ। ਸੋ ਉਹ ਚੀਜ਼ਾਂ ਦਾ ਜਿਹੜਾ ਆ ਉਹ ਤੁਸੀਂ ਪਰਹੇਜ਼ ਕਰੋ। ਤੁਸੀਂ ਇਹ ਸੋਚ ਲਓ ਵੀ ਹੁਣ ਇੰਡੀਆ ਨੂੰ ਤੁਸੀਂ ਪੰਜਾਬ ਨੂੰ ਗੇੜਾ ਲਾਇਆ ਆ, ਉਹ ਤੁਹਾਡੇ ਉਦੋਂ ਵੀ ਨਹੀਂ ਸੀ ਪੈਸੇ ਮੁੱਕੇ, ਹੁਣ ਵੀ ਨਹੀਂ ਮੁੱਕੇ ਹੋਣੇ, ਕੋਈ ਗੱਲ ਨਹੀਂ, ਆ ਜਾਣੇ, ਮਿਲ ਜਾਣੇ ਆ। ਅਨਇੰਪਲੋਇਮੈਂਟ ਫਾਈਲ ਕਰ ਦਿਓ ਜਿਨ੍ਹਾਂ ਦੀ ਚਲੀ ਗਈ ਹੈ ਜੌਬ। ਇੱਦਾਂ ਕੋਈ ਮਰੂ ਵਾਲੀਆਂ ਆਪਾਂ ਇੱਦਾਂ ਨਾ ਕਰੀਏ। ਇੱਕ ਦੂਜੇ ਦੀ ਮਦਦ ਕਰਨ ਦੇ ਲਈ ਸਾਰੇ ਜਾਣੇ ਬੈਠੇ ਆ, ਜਿਹਦਾ ਜਿੰਨਾ ਸਰਦਾ ਪੁੱਜਦਾ ਉਹ ਇੱਕ ਦੂਜੇ ਦੀ ਮਦਦ ਜਿਹੜੀ ਉਹ ਕਰੀ ਜਾ ਰਿਹਾ। ਬਾਕੀ ਸਰਕਾਰ ਦੇ ਵੱਲੋਂ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਸਟਿਮੂਲਸ ਪੈਕੇਜ ਐਲਾਨਿਆ ਗਿਆ ਆ, ਤੇ ਆਲਰੇਡੀ ਇੱਕ ਹੋਰ ਪੈਕੇਜ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ। ਤੁਹਾਨੂੰ ਇੱਥੇ ਭੁੱਖਿਆ ਨਹੀਂ ਮਰਨ ਦਿੰਦੇ, ਕੋਈ ਐਸੀ ਗੱਲ ਨਹੀਂ ਹੈ। ਐਵੇਂ ਨਹੀਂ ਅਮਰੀਕਾ ਜਿਹੜਾ ਦੁਨੀਆ ਦੇ ਵਿੱਚ ਨੰਬਰ 1, ਨੋ ਡਾਊਟ ਮੈਡੀਕਲ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਬੈਡ ਬਣੀ ਪਈ ਹੈ, ਇਕੱਲੀ ਅਮਰੀਕਾ ਦੀ ਨਹੀਂ ਸਾਰੀ ਦੁਨੀਆ ਦੀ ਬਣੀ ਪਈ ਆ। ਸੋ ਇਸ ਚੀਜ਼ ਨੂੰ ਜਿਹੜਾ ਸਮਝਦੇ ਹੋਏ ਆਪਣਾ ਜਿਹੜਾ ਬਣਦੀ ਡਿਊਟੀ, ਆਪਣਾ ਜਿਹੜਾ ਬਣਦਾ ਯੋਗਦਾਨ ਆ ਉਹ ਤੁਸੀਂ ਪਾਓ। ਘਰੇ ਬਹਿ ਕੇ ਜਿਹੜੇ ਇਹਨਾਂ ਨੂੰ ਸਿੰਪਟਮ ਹੈਗੇ ਆ ਜਾਂ ਇਸ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਕਿਹਾ ਵੀ ਨਾ ਜਾਓ ਬਾਹਰ, ਨਾ ਜਾਓ, ਉਹ ਇਸ ਦੇ ਵਿੱਚ ਆਪਣੀ ਸਾਰਿਆਂ ਦੀ ਜਿਹੜੀ ਉਸ ਦੇ ਵਿੱਚ ਭਲਾਈ ਹੈਗੀ ਆ। ਸੋ ਇੱਥੇ ਹੀ ਜਿਹੜੇ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਉਹ ਸਮਾਪਤ ਕਰਦੇ ਹਾਂ। ਹਰਜੋਤ ਸਿੰਘ ਜੀ, ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕੰਬੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM KIID